कुमार जी ਅਤੇ ਸਰਪੰਚ ਗ੍ਰਾਮ ਪੰਚਾਇਤ ਸਰੋਵਾ ਅਤੇ ਸਟਾਫ ਦੇ ਸਮੂਹ ਮੈਂਬਰ ਸਾਰਿਆਂ ਦਾ ਇੱਥੇ ਆਉਣ ਕੇ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ। ਅੱਜ ਦੇ ਮੁੱਖ ਮਹਿਮਾਨ BDPO ਸਾਹਿਬ ਜੀ ਦਾ ਵਿਸ਼ੇਸ਼ ਤੌਰ 'ਤੇ ਬਹੁਤ ਬਹੁਤ ਭਾਵਨਾ ਸਵਾਗਤ ਕੀਤਾ ਜਾਂਦਾ ਹੈ। ਅੱਜ ਦਾ ਇਹ ਸਮਾਗਮ जिथे इस गल की खुशी है कि BDPO साहब अपनी सर्विस पूरी करने तो बाद रिटायर हो रहे हैं। इस गल की खुशी है कि एक प्रोग्राम पूरा करके जा रहे हैं। उससे नाल एक उदासी का आलम है कि असी अज एक योग अफसर योग रहनुमा BDPO साहब के विचों सानू ਵੱਖਰੇ ਵੱਖਰੇ रूप नज़र आते हैं। एक योग प्रशासक ईमानदार अफसर समय समय से सारिਆਂ ਨੂੰ बहुत ही वधिया तरीके गाइड करना अपने बहुत सच्चे तरीके सारे चलाने की कोशिश करते हैं। BDPO साहब जी ने जिन्ना सिर साडे नाल लाया है वो सानू सारिਆਂ ਨੂੰ बहुत ही इन्हां दा निभ महसूस होया। इन्हां दा जिहड़ा साडे उत्ते अमिट छाप छड्ड के जा रहे हैं तो सानू जिहड़े इन्हां नाल बिताए हुए समा है ये एक यादगारी समा रहा। असीं इस समय नूं कदे जल्दी गहराइयां तो ये अपना असीं एक जज्बात प्रगट कर रहे हैं सारे स्टाफ वालों कि असीं इस समय नूं कदे BDPO साहब नहीं भुला सकते क्योंकि तुहाडी शख्सियत बहुत ही उच्ची सुच्ची है। भावें कि नौकरी दौरान कई विगड़े पिंडियां का भी सामना करना पिया, इन्हां दी सहनशीलता इन्हां दे विच परमात्मा वल्लों दिते हुए बड़े जिगरे असीं सलाम करते हैं। BDPO साहब ने सानू जो चंगे संस्कार दसे शायद सानू 25 साल 20 साल किसी को 23 साल किसी को कितना भी सर्विस दौरान आया हो गया ये रूप सानू अपनी सर्विस दौरान किसी अफसर विचों पहली बार देखने को मिला कि सानू जिवें असीं अपने परिवार के विच अपने वड्डियां नाल माँ बाप नाल वड्डे भैणां भरावां नाल जां परिवार के मेन मैंबरां नाल जिवें असीं सलाह करके अपने घर के काम करते हैं इस तरह असीं सरकारी ड्यूटी दौरान इन्हां नूं जदों भी असीं कदे सानू कोई भी कोई प्रॉब्लम आई इन्हां दे नाल असीं पुछिया तां इन्हां ने सानू इस हिसाब नाल डील कीता ते असीं इन्हां नूं सानू ये लग्या कि साडे ते एक बहुत बड़ा साया खड़ा है। इत्थे एक होर पक्ष असीं देखिया जिन्ना चਿਰ इन्हां ने साडे नाल सर्विस की है इन्हां दा सत्कार जिथे साडे वीडियो दफ्तर के स्टाफ विच तां है ही
ਜਿੱਥੇ ਸਾਡੇ ਨਾਲ ਸਾਡੇ ਬੌਸ ਨੇ, ਸਾਡੇ ਅਫਸਰ ਸਾਹਿਬ ਨੇ, ਇਹਨਾਂ ਨੇ ਅਫਸਰੀ ਦੇ ਤਰੀਕੇ ਨਾਲ ਸਾਡੇ ਤੋਂ ਕੰਮ ਨਹੀਂ ਲਿਆ। ਇਹਨਾਂ ਨੇ ਸਾਡੇ ਨਾਲ ਬਤੌਰ ਇੱਕ ਸਾਡੇ ਜਿੱਦਾਂ ਕੋਈ ਵੱਡੇ ਹੁੰਦੇ ਆ ਕਿ ਪ੍ਰੇਮ ਕੇ ਕਿਸੇ ਨੂੰ ਵੀ ਪਿਆਰ ਨਾਲ ਕੰਮ ਲਿਆ। ਇਸੇ ਤਰ੍ਹਾਂ ਇਹਨਾਂ ਦਾ ਜਿੱਥੇ ਤੱਕ ਅਸੀਂ ਦੇਖਿਆ, ਜ਼ਿਲ੍ਹੇ ਤੋਂ ਲੈ ਕੇ ਸਟੇਟ ਹੈੱਡਕੁਆਟਰ ਤੱਕ ਕਿਸੇ ਵੀ ਅਫਸਰ ਦੇ ਨਾਲ ਗੱਲ ਕਰਨ ਦੇ ਪਤਾ ਲੱਗਾ ਕਿ ਸਰਦਾਰ ਮਹਿੰਦਰ ਸਿੰਘ ਜੀ BDPO ਸਾਹਿਬ ਦਾ ਨਾਮ ਜੇ ਅਸੀਂ ਸਟੇਟ ਲੈਵਲ 'ਤੇ ਕਿਸੇ ਅਫਸਰ ਸਾਹਿਬ ਡਾਇਰੈਕਟਰ ਦਫ਼ਤਰ ਦੇ ਵਿੱਚ, ਆਪਣੇ ਜ਼ਿਲ੍ਹੇ ਦੇ ਦਫ਼ਤਰ ਦੇ ਵਿੱਚ, ਡਿਵੀਜ਼ਨ ਲੈਵਲ 'ਤੇ ਕਿਤੇ ਵੀ ਨਾ ਲਿਆ ਤਾਂ ਸਰਦਾਰ ਮਹਿੰਦਰ ਸਿੰਘ ਜੀ BDPO ਸਾਹਿਬ ਨੂੰ ਹਰ ਇੱਕ ਨੇ ਸਤਿਕਾਰ ਦੀਆਂ ਨਜ਼ਰਾਂ ਨਾਲ ਦੇਖਿਆ। ਹਰ ਇੱਕ ਨੇ ਇਹੀ ਕਿਹਾ ਕਿ ਬਹੁਤ ਚੰਗੇ ਅਫਸਰ ਨੇ ਤੁਹਾਡੇ ਕੋਲੇ, ਬਹੁਤ ਇੱਕ ਨੇਕ ਇਨਸਾਨ ਨਾਲ ਤੁਸੀਂ ਆਪਣੀ ਸਰਵਿਸ ਪੂਰੀ ਕਰ ਰਹੇ ਆ। ਇੱਥੇ ਕੋਈ ਗੱਲ ਮੈਂ ਵਧਾ ਚੜ੍ਹਾ ਕੇ ਕਰਨ ਵਾਲੀ ਨਹੀਂ ਹੈਗੀ, ਕਿਉਂਕਿ ਜ਼ਿੰਦਗੀ ਦੇ ਕਈ ਮੌਕੇ ਹੁੰਦੇ ਆ ਕਿ ਜਿੱਥੇ ਅਸੀਂ ਇੱਕ ਗੱਲਾਂ ਕਰਨੀਆਂ ਹੁੰਦੀਆਂ, ਪਰ ਨਹੀਂ, ਇੱਥੇ BDPO ਸਾਹਿਬ ਤੇ ਜੋ ਗੱਲਾਂ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈਗੀ, ਕੋਈ ਆਪਾਂ ਕੋਲੋਂ ਨਹੀਂ ਗੱਲ ਕਰ ਰਹੇ। ਆਪਾਂ ਸਾਰਿਆਂ ਨੇ ਇਹ ਜੋ ਮਹਿਸੂਸ ਕੀਤਾ ਉਹੀ ਆਪਾਂ ਇੱਥੇ ਪ੍ਰਗਟ ਕਰ ਰਹੇ ਹਾਂ। ਸੋ BDPO ਸਾਹਿਬ, ਜਿੱਥੇ ਤੁਹਾਨੂੰ ਅੱਜ ਦੀ ਇਸ ਦਿਨ ਦੀ ਜ਼ਿੰਦਗੀ ਦੇ ਵਿੱਚ ਇਹ ਦਿਨ ਇੱਕ ਅਹਿਮ ਹੁੰਦਾ, ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਜਿੱਥੇ ਤੁਸੀਂ ਸਾਡੇ ਨਾਲ ਇੱਥੇ ਮਹਿਕਮੇ ਵਿੱਚ ਰਹਿੰਦੇ ਆ, ਸਾਨੂੰ ਵਧੀਆ ਤਰੀਕੇ ਦੇ ਨਾਲ ਸਾਰਿਆਂ ਨੂੰ ਚੱਲਣ ਦਾ ਬਲ ਬਖਸ਼ਿਆ। ਉੱਥੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡੀ ਮਿਹਰ ਰੋਕਾ ਰਹੇ, ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਨਾਲੋਂ ਵੀ ਵਧੀਆ ਤਰੀਕੇ ਦੇ ਨਾਲ ਜਿੱਥੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਓ, ਉੱਥੇ ਸਮਾਜ ਲਈ ਬਹੁਤ ਕੁਛ ਕਰ ਗੁਜ਼ਰੋ। ਇਹੀ ਸਾਡੀ ਸੱਚੇ ਪਾਤਸ਼ਾਹ ਦੀ ਅਰਦਾਸ ਹੈ। ਅਤੇ ਹੁਣ ਮੈਂ ਬੇਨਤੀ ਕਰਾਂਗਾ ਕਿ ਕੋਈ ਵੀ ਸਾਡੇ ਸਟਾਫ ਮੈਂਬਰ ਨੇ BDPO ਸਾਹਿਬ ਦੇ ਸਤਿਕਾਰ ਦੇ ਵਿੱਚ ਕੋਈ ਦੋ ਲਫ਼ਜ਼ ਬੋਲਣੇ ਹੋਣ ਤਾਂ ਇੱਧਰ ਆ ਸਕਦਾ ਜੀ। ਬਹੁਤ ਬਹੁਤ ਧੰਨਵਾਦ BDPO ਸਾਹਿਬ। ਅੱਜ ਤੁਹਾਡੀ ਰਿਟਾਇਰਮੈਂਟ ਦਾ ਸਮਾਂ ਹੈ। ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ। ਮੈਨੂੰ 15 ਸਾਲ ਤਾਂ ਅਹੁਦੇ 'ਤੇ ਵਿਰਾਜਮਾਨ ਹੁੰਦਿਆਂ ਹੀ ਮਿਲਦੇ ਰਹੇ, ਪਰ ਮੇਰੀ ਇੱਕ ਆਦਤ ਰਹੀ ਹੈ ਕਿ ਨਾ ਅਹੁਦੇ 'ਤੇ ਰਹਿੰਦੇ ਹੋਇਆਂ ਵੀ ਮੈਂ ਪਿੰਡ ਦੇ ਸਰਕਲ ਕਰਦਾ ਰਿਹਾ, ਹਰ BDPO ਸਾਹਿਬ ਨੂੰ ਮਿਲਦਾ ਰਿਹਾ। ਇੱਥੇ ਖੜ੍ਹ ਕੇ ਤਾਂ ਹਰ ਬੰਦਾ ਸਿਫਤ ਕਰਦਾ, ਪਰ ਤੁਹਾਡੀ ਸਿਫਤ ਕਰਨਯੋਗ ਹੈ ਕਿਉਂ ਇੱਦਾਂ ਦੇ ਅਫਸਰ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ 20-22 ਸਾਲ ਹੋ ਗਏ ਇਸ ਲਾਈਨ ਨਾਲ ਜੁੜੇ ਹੋਏ ਨੂੰ, ਇੱਦਾਂ ਦੇ ਨਹੀਂ ਮਿਲੇ। ਮੈਂ ਜਿੰਨੀ ਵਾਰ ਵੀ ਆਇਆ, ਇਹਨਾਂ ਨੇ ਜੇ ਮੈਂ ਮੋਰੇ ਲੰਘ ਵੀ ਗਿਆ ਨਾ ਕਦੇ ਦਫ਼ਤਰ ਦੇ, ਤਾਂ ਵੀ ਇਹਨਾਂ ਨੇ ਕਈ ਵਾਰ ਪੁੱਛਣਾ ਵੀ ਸਰਪੰਚ ਸਾਹਿਬ ਆਏ ਤੇ ਮੈਂ ਮੁੜ ਕੇ ਜ਼ਰੂਰ ਮੁੜ ਕੇ ਜਾਣਾ। ਇਹਨਾਂ ਨੇ ਕਹਿਣਾ ਕੋਈ ਕੰਮ ਆਇਆ, ਮੈਂ ਕੰਮ ਨਹੀਂ ਆਇਆ ਸੀ, ਬਸ ਮਿਲ ਕੇ ਚੱਲੇ ਆ। ਮਤਲਬ ਇਹਨਾਂ ਦੇ ਆਉਣ ਤੋਂ ਪਹਿਲਾਂ ਸਾਰਾ ਸਟਾਫ ਜਾਣੂ ਹੈ ਕਿ ਸਾਡੇ ਬਲਾਕ ਦੀ ਪੋਜੀਸ਼ਨ ਕਿਆ ਸੀ। ਬਹੁਤ ਜ਼ਿਆਦਾ ਹਾਲਾਤ ਖਰਾਬ ਸੀਗੇ, ਸਿਸਟਮ ਕੋਈ ਬਣਿਆ ਨਹੀਂ ਸੀਗਾ, ਸਾਰੇ ਸਰਪੰਚ, ਸਾਰਾ ਸਟਾਫ ਪਰੇਸ਼ਾਨ ਸੀਗਾ। BDPO ਸਾਹਿਬ ਦੇ ਆਉਣ ਦੇ ਨਾਲ ਇੱਕ ਸਾਨੂੰ ਇਹ ਲੱਗਿਆ ਵੀ ਆਪਣੀ ਜ਼ਿੰਦਗੀ ਦਾ ਤਜਰਬਾ ਕਰਦਾ ਵੀ ਇੰਨੇ ਵਧੀਆ ਅਫਸਰ ਵੀ ਹੋ ਸਕਦੇ ਆ। ਇੱਥੇ ਜਿੰਨੇ ਵੀ ਆਏ ਆ ਡਿਕਟੇਟਰਮੈਨ ਅਫਸਰ ਆਏ ਆ, ਕਦੀ ਉਹਨਾਂ ਨੇ ਕਿਸੇ ਦਾ ਭਾਈਚਾਰਾ ਨਹੀਂ ਰੱਖਿਆ, ਇਮਾਨਦਾਰੀ ਤਾਂ ਬੜੀ ਦੂਰ ਦੀ ਗੱਲ ਹੈ। ਜੋ ਕੁਛ ਇਹਨਾਂ 'ਚੋਂ ਅਸੀਂ ਦੇਖਿਆ, BDPO ਸਾਹਿਬ ਤੋਂ ਜੋ ਕੁਛ ਅਸੀਂ ਦੇਖਿਆ, ਖੈਰ ਕਿਸੇ ਅਫਸਰ 'ਚ ਨਹੀਂ ਦੇਖਿਆ, ਕਿਉਂਕਿ ਮੈਂ ਇਹਦੇ ਵਿੱਚ ਹੋਰ ਵੀ ਮਹਿਕਮਿਆਂ 'ਚ ਮਿਲਿਆ। ਇਹਨਾਂ ਨੂੰ ਸਾਨੂੰ ਕਦੀ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਆਪਣੇ ਅਫਸਰ ਸਾਹਿਬ ਨੂੰ ਮਿਲਣ ਆ ਰਹੇ ਹਾਂ। ਇੰਨਾ ਮਹਿਸੂਸ ਹੁੰਦਾ ਸੀ ਬੜੇ ਭਾਈ ਸਾਹਿਬ ਹੈਗੇ ਆ, ਜਾਏ ਨੇ ਦਿਲ ਦੀ ਗੱਲ ਕਰ ਲੈਣੀ ਹੈ, ਸਾਰਾ ਕੁਛ ਹੋ ਜਾਣਾ। ਅਗਰ ਕਿਤੇ ਕੋਈ ਇੱਦਾਂ ਦੀ ਗੱਲ ਹੋਈ ਵੀ ਹੈ, ਸਾਡੀ ਕੋਈ ਮਤਲਬ ਸਾਨੂੰ ਕੋਈ ਨੌਲੇਜ ਨਹੀਂ ਸੀਗੀ, ਇਹਨਾਂ ਨੇ ਬੜੇ ਪਿਆਰ ਨਾਲ ਦੱਸਿਆ ਕਿ ਸਰਪੰਚ ਸਾਹਿਬ ਆਹ ਕੰਮ ਹੈ ਤੁਹਾਡੇ, ਇਹਨਾਂ ਕੰਮਾਂ ਨੂੰ ਇੱਦਾਂ ਕਰ ਲਓ, ਇੱਥੇ ਕਰ ਲਓ। ਪਰ ਬੜੇ ਢੰਗ ਦੇ ਨਾਲ ਅਸੀਂ ਆਪਣਾ ਕੰਮ ਚਲਾਇਆ। ਪਰ ਜੋ ਸਾਨੂੰ ਇੰਨਾ ਕੁ ਗੱਲ ਆ ਵੀ ਟਾਈਮ ਬਹੁਤ ਥੋੜ੍ਹਾ ਮਿਲਿਆ BDPO ਸਾਹਿਬ ਨਾਲ ਸਾਨੂੰ ਕੰਮ ਕਰਨ, ਬਹੁਤ ਥੋੜ੍ਹਾ ਟਾਈਮ ਮਿਲਿਆ। ਪਰ BDPO ਸਾਹਿਬ ਇੱਕ ਮੈਂ ਤੁਹਾਨੂੰ ਗੱਲ ਕਰਾਂਗਾ ਕਿ ਜਿਸ ਤਰ੍ਹਾਂ ਤੁਸੀਂ ਸਾਡੀ ਇੱਥੇ ਛਾਪ ਛੱਡੀ ਹੈ, ਇੱਦਾਂ ਹੀ ਆਪਣੇ ਪਰਿਵਾਰ ਛੱਡਿਓ, ਕਿਉਂਕਿ ਹੁਣ ਘਰ ਜਾ ਕੇ ਨਾ ਟਾਈਮ ਪਰਿਵਾਰ ਨੂੰ ਜ਼ਰੂਰ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਿਰਫ ਇਹੀ ਇਤਰਾਜ਼ ਰਹਿੰਦਾ ਵੀ ਲੋਕਾਂ ਦੇ ਕੰਮ ਕਰੀ ਜਾਂਦੇ ਆ, ਅਫਸਰਸ਼ਾਹੀ ਕਰੀ ਜਾਂਦੀ ਹੈ, ਪਰਿਵਾਰ ਨੂੰ ਸਮਾਂ ਨਹੀਂ ਮਿਲਦਾ। 2-3 ਘੰਟੇ ਠੀਕ ਲੱਗਦੇ ਮੈਂ ਇਸ ਕਰਕੇ ਗੱਲ ਕਰਦਾ ਕਿਉਂਕਿ ਜਿਹੜਾ ਮੇਰਾ ਪਿਛੋਕੜ ਹੈ ਸਾਰੇ ਪਰਿਵਾਰ ਦਾ ਹੈ, ਸਾਰੀ ਅਫਸਰੀ ਲੈਣ ਦਾ ਸਾਰੇ ਜਾਣਦੇ ਮੇਰੇ ਲੋਕ। ਇਸ ਕਰਕੇ ਮੈਂ ਕਰਦਾ ਵੀ ਜਿਸ ਵੇਲੇ ਬੰਦਾ ਪੈਨਸ਼ਨਰ ਜਾਂਦਾ ਨਾ, ਉਹਦੇ ਜਦ ਤੱਕ ਉਹ ਸਰਵਿਸ 'ਤੇ ਰਹਿੰਦਾ ਉਹਦਾ ਇਹੀ ਗੱਲਾਂ ਰਹਿੰਦਾ, ਰਿਸ਼ਤੇਦਾਰੀ ਨਾਲ, ਪਰਿਵਾਰ ਦੇ ਨਾਲ ਵੀ ਸਾਨੂੰ ਕਦੀ ਸਮਾਂ ਹੀ ਨਹੀਂ ਦਿੱਤਾ। ਹੁਣ BDPO ਸਾਹਿਬ ਤੁਸੀਂ ਇੱਥੇ ਤਾਂ ਇਹ ਗੱਲ ਕਰ ਲਈ ਹੈ, ਪਰ ਹੁਣ ਪਰਿਵਾਰ ਦੇ ਵਿੱਚ ਉਹ ਹਰੀ ਝੰਡੀ ਲੈ ਲਿਓ ਤਾਂ ਜੀਵਨ ਸਫਲ ਹੋ ਜਾਣਾ ਹੈ। ਅਤੇ ਮੈਂ ਮੈਡਮ ਜੀ ਮੋਰੇ ਵੀ ਕਸ਼ਟ ਕਰੂੰਗਾ ਕਿ ਹੁਣ ਸੇਵਾ ਕਰਨ ਦਾ ਮੌਕਾ ਹੀ ਮੈਡਮ ਨੂੰ ਜ਼ਰੂਰੀ ਸੀਗੀ ਜੀ। ਅਤੇ ਇਹਨਾਂ ਦੀ ਮਤਲਬ ਜਿਹੜਾ ਜੀਵਨ ਰਹਿੰਦਾ, ਜਿੱਦਾਂ ਜੀਵਨ ਇਹਨਾਂ ਨੇ ਸਾਫ ਸੁਥਰਾ ਪਹਿਲਾਂ ਕੱਟਿਆ, ਇਹ ਤੋਂ ਵਧੀਆ ਕੱਟੂਗੇ ਮੈਂ ਉਹ ਜੀਵਨ ਚੰਗਾ ਸਮਝਦਾ। ਕਿਉਂਕਿ ਜਿਹੜਾ ਐਂਡ ਦਾ ਜੀਵਨ ਹੈ ਨਾ ਜੀ, ਜੋ ਬੰਦੇ ਦਾ ਉਸ ਖੜਾ ਹੋ ਜਾਵੇ ਤਾਂ ਉਹ ਸਿੱਧਾ ਸਵਰਗ ਨੂੰ ਚਲੇ ਹਾਂਜੀ। ਜਿਸ ਤਰ੍ਹਾਂ BDPO ਸਾਹਿਬ ਹੁਣ ਇੱਥੇ
ਅਸੀਂ ਹੋਰ ਚਾਹੁੰਦੇ ਹਾਂ, ਲੋਕਾਂ ਦੀਆਂ ਸਿਫਤਾਂ ਕਰਦੇ ਹਾਂ, ਅਕਸਰ ਕਰਦੇ ਹਾਂ, ਇੱਥੇ ਹਰੇਕ ਨੇ ਕਿਸੇ ਨੂੰ ਗੁੜ ਵੰਡਣਾ ਹੀ ਵੰਡਣਾ, ਬੁਰਾ ਕਿਸੇ ਨੂੰ ਕਹਿਣਾ ਨਹੀਂ। ਪਰ ਤੁਸੀਂ ਸ਼ਲਾਘਾਯੋਗ ਹੈ ਜੋ ਤੁਹਾਡੇ ਵੱਲ ਸੈਕਟਰੀ ਸਾਹਿਬ ਨੇ ਗੱਲ ਕਹੀ ਹੈ, ਪਰ ਇਹਨਾਂ ਨੇ ਮੇਰੇ ਕਹਿਣ ਜੋਗਾ ਕੁਛ ਛੱਡਿਆ ਨਹੀਂ। ਇਹਨਾਂ ਨੇ ਇੱਕ ਤੋਂ ਲੈ ਕੇ ਜਨ ਤੱਕ ਸਾਰਾ ਕੁਝ ਕਹਿਤਾ, ਜੋ ਹੋਰ ਭਰਾ ਵੀ ਕਹਿਣਾ ਚਾਹੁੰਦਾ ਸੀ ਉਹ ਵੀ ਇਹੀ ਕੁਝ ਕਹਿਣਾ ਸੀਗਾ। ਮਤਲਬ ਬੜੀ ਖੁਸ਼ੀ ਆ ਸਾਨੂੰ, ਇਹ ਜ਼ਰੂਰ ਅੱਜ ਮਹਿਸੂਸ ਹੁੰਦਾ ਕਿ ਸਾਡੇ ਤੋਂ ਤੁਸੀਂ ਜਾ ਰਹੇ ਆ। ਮੋਹਰਲੇ ਅਫਸਰ ਨਾਲ ਸਾਡੀ ਪਤਾ ਨਹੀਂ ਬਣਨੀ ਕਿ ਨਹੀਂ ਬਣਨੀ, ਥੋੜ੍ਹੇ ਜਿਹੇ ਗਰਮ ਆ ਰਹੇ ਆ, ਅਤੇ ਅਸੀਂ ਤੁਹਾਨੂੰ ਸਦਾ ਹੀ ਯਾਦ ਰੱਖਾਂਗੇ ਔਰ ਸਦਾ ਹੀ ਸਾਡੇ ਦਿਲ 'ਤੇ ਤੁਸੀਂ ਰਾਜ। ਅਤੇ ਪੀਟੂ ਸਾਹਿਬ ਕਈ ਗੱਲਾਂ ਨਾ ਅਸੀਂ ਅਲੱਗ ਵੀ ਕਰ ਸਕਦੇ ਹਾਂ, ਪਰ ਮੈਂ ਇੱਕ ਗੱਲ ਜਾਣਦਾ ਵੀ ਜੀਵਨ ਤੁਹਾਡਾ ਬਹੁਤ ਵਧੀਆ। ਅਤੇ ਬੱਚੇ ਵੀ ਮੈਂ ਪੁੱਛਦਾ ਸੀਗਾ ਜੀ ਸਾਹਿਬ ਨੂੰ, ਮੈਂ ਕਿਹਾ ਜੀ ਬੱਚੇ ਲੱਗਦੇ ਆ ਪੀਟੂ ਸਾਹਿਬ ਦੇ, ਕਹਿੰਦੇ ਹਾਂ। ਅਤੇ ਇਸ ਕਰਕੇ ਵਧੀਆ ਪਰਿਵਾਰ ਹੈ, ਖੁਸ਼ ਰਹੋ ਜ਼ਿੰਦਗੀ ਦੇ ਵਿੱਚ, ਪੈਸਾ ਜ਼ਿੰਦਗੀ 'ਚ ਕਮਾ ਲਿਆ, ਹੁਣ ਆਹ ਆਪਣੀ ਕਮਾਈ ਕਰ ਲਿਓ ਘਰ ਵਾਲੀ। ਅਤੇ ਕਿਤੇ ਬਾਕੀ ਮੈਂ ਬਹੁਤ ਧੰਨਵਾਦੀ ਹਾਂ ਜੀ, ਐਂ ਕਰਨਾ ਤੁਹਾਨੂੰ, ਪਰ ਇੱਕ ਸਾਨੂੰ ਜ਼ਰੂਰ ਦੁੱਖ ਹੈ ਕਿ ਤੁਸੀਂ ਜਾ ਰਹੇ ਆ, ਪਰ ਇਹ ਖੁਸ਼ੀ ਬਹੁਤ ਹੁੰਦੀ ਹੈ। ਮੈਂ ਜਿਹੜੀ ਤੁਹਾਨੂੰ ਪਰਸੋਂ ਬੜੀ ਚੌਥ ਮਿਲਿਆ ਸੀਗਾ, ਮੈਂ ਕਿਹਾ ਜਿਹੜੀ ਪੈਨਸ਼ਨ ਜਾਣਾ ਨਾ, ਇਹ ਜੋਬ ਨਾਲੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ। ਪਰ ਸਾਨੂੰ ਮਹਿਸੂਸ ਇੱਦਾਂ ਹੁੰਦਾ ਵੀ ਖੁਸ਼ੀ ਤਾਂ ਹੈ, ਪਰ ਅਸੀਂ ਸੋਚਦੇ ਹਾਂ ਕਿ ਵਧੀਆ ਅਫਸਰ ਤੋਂ ਅਸੀਂ ਕੰਮ ਕਰਦੇ ਸੀਗੇ, ਅਸੀਂ ਚਾਹੁੰਦੇ ਸੀਗੇ ਕਿ ਸਾਲ 2 ਸਾਲ ਤੁਸੀਂ ਰਹਿੰਦੇ, ਅਸੀਂ ਇਕੱਠੇ ਰਿਟਾਇਰਮੈਂਟ ਲੈ ਲੈਂਦੇ। ਅਤੇ ਚਲੋ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਤੇ ਜੋ ਸਾਡੇ ਦੇਖਣ ਵਿੱਚ ਆਇਆ ਵੀਡੀਓ ਸਾਹਿਬ, ਅਸੀਂ ਇਹ ਵੀ ਮਹਿਸੂਸ ਕਰਦੇ ਵੀ ਜਿੱਦਾਂ ਤੁਹਾਡਾ ਆਪਣਾ ਵਧੀਆ ਤੁਹਾਡੀ ਸ਼ਖਸੀਅਤ ਦਾ ਸੁਭਾਅ ਲੱਗ ਰਿਹਾ ਵੀ ਤੁਹਾਡੇ ਬੇਟੇ ਬੇਟੀ ਤੇ ਸਾਰਿਆਂ ਤੋਂ ਸਾਨੂੰ ਇਹੀ ਮਹਿਸੂਸ ਹੋ ਰਿਹਾ ਵੀ ਇਹ ਬਹੁਤ ਹੀ ਲਾਇਕ ਬੱਚੇ। ਇਸ ਕਰਕੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਇਹ ਵੀ ਬੁਲੰਦੀਆਂ ਦੇ ਪਹੁੰਚਣ, ਤੁਹਾਡੇ ਵਾਂਗਰ ਇੱਕ ਆਪਣਾ ਨਾਮ ਕਮਾ। ਸੋ ਇੱਥੇ ਵੀਡੀਓ ਸਾਹਿਬ, ਮੈਂ ਤਾਂ ਇੱਥੇ ਆ ਕੇ ਸਾਡੇ ਕੋਲ ਲਫ਼ਜ਼ ਮੁੱਕ ਜਾਂਦੇ, ਅਸੀਂ ਗੱਲ ਕਿੱਥੋਂ ਸ਼ੁਰੂ ਕਰੀਏ ਕਿੱਥੇ ਖਤਮ ਕਰੀਏ, ਕਿਉਂਕਿ ਤੁਹਾਡੀ ਸ਼ਖਸੀਅਤ ਨੂੰ ਬਿਆਨ ਕਰਨ ਵਾਸਤੇ ਸਾਡੇ ਕੋਲ ਲਫ਼ਜ਼ਾਂ ਦੀ ਥੋੜ੍ਹ ਹੈ। ਇਹ ਗੱਲ ਜਿਵੇਂ ਸਰਪੰਚ ਸਾਹਿਬ ਨੇ ਕੀਤੀ, ਮੈਂ ਵੀ ਵਾਰ-ਵਾਰ ਕਰ ਰਿਹਾ, ਗੱਲਾਂ ਕਰਨ ਨੂੰ ਹੁੰਦੀਆਂ ਜੀ, ਕੁਝ ਸਟੇਜਾਂ ਹੁੰਦੀਆਂ ਗੱਲਾਂ ਕਰਨੀਆਂ ਪੈਂਦੀਆਂ, ਪਰ ਜੋ ਅਸੀਂ ਇੱਥੇ ਕਹਿੰਦੇ ਜਾਂ ਸਾਨੂੰ ਪਤਾ ਜਾਂ ਤੁਹਾਨੂੰ ਪਤਾ, ਅਸੀਂ ਗੱਲ ਜੋ ਕਰ ਰਹੇ ਹਾਂ ਇਹ ਰਿਐਲਿਟੀ ਬਿਲਕੁਲ ਸੱਚਾਈ ਬੋਲ ਰਹੇ ਕਿ ਤੁਸੀਂ ਹੈ ਹੀ ਇਸ ਗੱਲ ਦੇ ਲਾਇਕ ਹੈ, ਤੁਸੀਂ ਹੈ ਹੀ ਚੰਗੇ। ਇਹ ਕੋਈ ਇੱਦਾਂ ਨਹੀਂ ਹੈ ਕਿਸੇ ਦੀ ਕੋਈ ਡਬਲੀ ਵਜਾਣੀ ਜਾਂ ਕਿਸੇ ਦਾ ਕੋਈ ਦੂਜਾ ਕਰਨਾ, ਉਹ ਵੀ ਚਲੋ ਕਰਨਾ ਪੈਂਦਾ, ਪਰ ਇੱਥੇ ਹੈ ਨਹੀਂ। ਆ ਸਾਰੇ ਸਾਡੇ ਗਵਾਹ ਬੈਠੇ ਆ, ਇੰਨੇ ਬੰਦੇ ਇਸ ਗੱਲ ਦੇ ਗਵਾਹ ਹੈ। ਇਹ ਅਸੀਂ ਇੱਥੇ ਗੱਲ ਤਾਂ ਕਰਨਾ ਚਾਹੁੰਦੇ ਹਾਂ ਵੀ ਸਾਰੇ ਹੀ ਅੱਜ ਦਾ ਜਿਹੜਾ ਦਿਨ ਹੈ, ਅੱਜ ਦਾ ਦਿਨ ਹੈਗਾ ਕਿ ਤੁਸੀਂ ਇੰਨੀ ਚੰਗਿਆਈ ਬੀਜੀ, ਅੱਜ ਉਹਦੀ ਸਿਫਤ ਕਰਨੀ ਸਾਡੀ ਇੱਥੇ ਬਣਦੀ ਹੈ। ਕਿਉਂਕਿ ਇਹ ਇੱਕ ਦਿਨ ਹੁੰਦਾ, ਬੰਦਾ ਜਿੱਦਾਂ ਦੀਆਂ ਗੱਲਾਂ ਕਰਕੇ ਜਾਂਦਾ, ਉਹ ਭਾਵੇਂ ਕੋਈ ਬੰਦਾ ਕਿਸੇ ਤਰੀਕੇ ਨਾਲ ਟੇਢੇ ਤਰੀਕੇ ਨਾਲ ਜੇ ਕੋਈ ਬੁਰਾਈ ਵੀ ਉਹਨੂੰ ਵੀ ਪ੍ਰਗਟ ਕਰ ਦਿੰਦਾ, ਪਰ ਤੁਹਾਡੇ ਸ਼ਾਇਰੀਆਂ ਸਾਡੇ ਕੋਲ ਜੁੜਨ ਲਈ ਲਫ਼ਜ਼ਾਂ ਦੀ ਘਾਟ ਹੈ। ਸੋ ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਨਿਰਮਲ ਸਿੰਘ ਜੀ ਪ੍ਰਧਾਨ ਜੀ, ਉਹ ਵੀ ਬਲਾਕ ਸੜੋਏ ਦੇ ਸਮੁੱਚੇ ਕਰਮਚਾਰੀ ਵੀਰੋ ਅਤੇ ਭੈਣੋ, ਅਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਵੀਡੀਓ ਸਾਹਿਬ ਸਰਦਾਰ ਮਹਿੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਆਏ ਉਹਨਾਂ ਦੇ ਪਰਿਵਾਰਕ ਮੈਂਬਰ ਸਾਹਿਬਾਨ, ਆਓ ਸਭ ਤੋਂ ਪਹਿਲਾਂ ਸਾਹਿਬੇ ਕਮਾਲ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਨੂੰ ਕਰੀਏ ਸਾਂਝੀ। ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਾਨਕ ਕਰੇ, ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਹਾਵਾਕ ਅਨੁਸਾਰ। ਅੱਜ ਬਹੁਤ ਹੀ ਖੁਸ਼ੀਆਂ ਦੇ ਭਾਗਾਂ ਭਰਿਆ ਹੋਏ ਸਾਡੇ ਸਤਿਕਾਰਯੋਗ ਮੇਰੇ ਵੱਡੇ ਵੀਰ ਸਰਦਾਰ ਮਹਿੰਦਰ ਸਿੰਘ ਜੀ ਅੱਜ ਆਪਣੀ ਸਰਵਿਸ ਪੂਰੀ ਕਰਕੇ ਆਪਣੇ ਅਹੁਦੇ ਤੋਂ ਰਿਟਾਇਰ ਹੋ ਰਹੇ ਨੇ। ਜਿਸ ਤਰ੍ਹਾਂ ਕਿ ਮੇਰੇ ਛੋਟੇ ਵੀਰ ਸਰਦਾਰ ਸੁਖਦੇਵ ਸਿੰਘ ਨੇ ਸਾਡੇ ਸਰਪੰਚ ਸਾਹਿਬ ਨੇ ਵੀਡੀਓ ਸਾਹਿਬ ਬਾਰੇ ਦੇ ਜੀਵਨ ਬਾਰੇ ਦੱਸਿਆ। ਵੀਡੀਓ ਸਾਹਿਬ ਵਰਗਾ ਨੇਕ ਇਨਸਾਨ, ਮੇਰੀ ਵੀ 21 ਸਾਲ ਦੀ ਸਰਵਿਸ ਹੋ ਗਈ ਹੈ, ਬਹੁਤ ਵੀਡੀਓ ਸਾਹਿਬਾਨਾਂ ਨਾਲ ਵਾਹ ਪਿਆ, ਪਰ ਇਹਨਾਂ ਵਰਗਾ ਨੇਕ ਇਨਸਾਨ ਸਾਨੂੰ ਨਹੀਂ ਮਿਲਿਆ। ਹੁਣ ਪਿਛਲੇ 6 ਮਹੀਨੇ ਤੋਂ ਮੇਰੇ ਬਲਾਕ ਦੇ ਵਿੱਚ, ਬਲਾਕ ਖੜ ਦੇ ਵਿੱਚ ਸਾਡੇ ਸਰਦਾਰ ਜਸਵਿੰਦਰ ਸਿੰਘ ਜੀ ਬੱਗਾ ਵੀਡੀਓ ਸਾਹਿਬ ਨੇ ਜੁਆਇਨ ਕੀਤਾ ਹੈ। ਮੈਂ ਉਹਨਾਂ ਨੂੰ ਅੱਜ ਵੀ ਸਵੇਰੇ ਗੱਲ ਹੋਈ, ਇੱਕ ਦਿਨ ਡਾਇਰੈਕਟਰ ਦਫ਼ਤਰ ਵੀਡੀਓ ਸਾਹਿਬ ਮਿਲ ਕੇ ਧਰਨਾ ਚੱਲਦਾ ਸੀ, ਮੈਂ ਜਾਣ ਪਛਾਣ ਕਰਾਈ ਵੀਡੀਓ ਸਾਹਿਬ ਦੀ,
मैं क्या ਬੱਗਾ जी जे गल करिए तो ਤੁਹਾਡੇ नालों भी कुछ नंबर इन्हां दे वीडियो साहब दे वध ने, वो भी बहुत वधिया इंसान ने। पर जिस तरह साडे सुखदेव सिंह ने दस्सिया भी नौकरी दे भी कई तरह चढ़ाए, वो कई बार कोई गलत काम हो जाता है। मैं इन्होंने कहता हुंदा सी वीडियो साहब कोई समा सी शुरू कोई सतयुग ਦੀਆਂ ਗੱਲਾਂ भी उस समय जब लोग हल वाया करते सी सੱਪ ਦਾ नाटक बना के ਉਹਨੂੰ टंग लिया करते सी। सੱਪ ने जाके महाराज अगे बेनती की, महाराज मैनूं तां नाटक बना के सारा दिन बहाई करते थे, शाम ਨੂੰ छड़ दिंदे आ। महाराज ने कहा भी मैं तैनूं फुलकारा मारन तो नहीं रुकिया, यही कहा भी डंग नहीं मारना, फुलकारा तो रखना है। मैं वीडियो साहब को कई बार कहता हूँ वीडियो साहब फुलकारा जरूर रखा करो, पर इन्होंने कहना निर्मल सिंह जी जो सुभाव बन गया उन्होंने चेंज नहीं किया जा सकता। भी ਜਿਹੜੇ ਤਰਾ ਚੜਾ ਵੀ ਇਹਨਾਂ ਦੇ ਨਰਮ ਸੁਭਾਅ ਕਰਕੇ ਇਹੋ ਜਿਹੇ ਨੇਕ ਇਨਸਾਨ ਬਹੁਤ ਘੱਟ ਹੀ ਮਿਲਿਆ ਕਰਦੇ ਨੇ। ਰਹਿ ਕੇ ਕੰਮ ਨਹੀਂ ਕੀਤਾ ਨੇ, ਭੈਣ ਭਰਾਵਾਂ ਵਾਂਗ ਕੰਮ। ਜਿਹੜੇ ਛੋਟੇ ਐ ਬੀਬੀਆਂ ਉਹਨਾਂ ਨੂੰ ਰਾਜਾ ਕਹਿਣਾ, ਵੀਰ ਕਹਿਣਾ, ਮਤਲਬ ਇਹੋ ਜਿਹਾ ਸੁਭਾਅ ਇਹਨਾਂ ਦਾ ਬਹੁਤ ਵਧੀਆ। ਸੁਖਦੇਵ ਜੀ ਨੇ ਜਿੱਦਾਂ ਦੱਸਿਆ ਵੀ ਅੱਜ ਸਟੇਜਾਂ ਦੇ ਤੇ ਕਈ ਵਾਰੀ ਮਾੜੇ ਨੂੰ ਵੀ ਚੰਗਾ ਬੋਲਣਾ ਪੈਂਦਾ, ਪਰ ਇਹ ਗੱਲ ਇਹਨਾਂ ਦੇ ਵਿੱਚ ਨਹੀਂ ਟੁੱਟਦੀ। ਜਿੰਨੇ सिफत कर लो उन्नी थोड़ी है। इन्ने वधिया इंसान ने। परमात्मा अगे अरदास करांगे सच्चे पातशाह आने वाला समा जिहड़ा इन्हां दा वधिया ते खुशियां भरिया होवे, ते जिहड़ा हुणे समा 58 साल की उम्र तो बाद रिटायरमेंट का हुंदा, उस तो बाद बुढ़ापा आउणा हुंदा है। मैं परिवार नूं भी बेनती करांगा कि ये जिहड़ा हुण आउण वाला समा है, जसदार महेंद्र सिंह ने तो तुहाडी सेवा कर ली बहुत, ਤੇ ਹੁਣ ਪਰਿਵਾਰ ਦਾ ਅੱਗੇ ਫਰਜ਼ ਹੈ ਵੀ ਇਹਨਾਂ ਦੀ ਸੇਵਾ ਕਰਨ, ਤੇ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਸਾਡੇ ਤੋਂ ਜਾ ਰਹੇ ਨੇ ਇਸੇ ਤਰ੍ਹਾਂ ਸਾਡੇ ਨਾਲ ਮਿਲਦੇ ਵਰਤ ਰਹੇ ਨੇ। ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ। ਇੰਨਾ ਕੁਝ ਕਹਿੰਦਾ ਖੇਮਾਂ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਇੱਕ ਦੋ ਰਹਿਨਮਾਈ ਤੋਂ ਅੱਜ ਗਿਰਨੇ ਹੋ ਰਹੇ ਸਾਰੇ, ਤੇ ਹੁਣ ਹੋਰ ਕੋਈ मैं जी गगनदीप सिंह जी ਵੀਰ ਸਰਦਾਰ ਮਹਿੰਦਰ ਸਿੰਘ ਜੀ, ਉਹਨਾਂ ਦੇ ਨਾਲ ਆਏ ਹੋਏ ਪਰਿਵਾਰਕ ਮੈਂਬਰ, ਦੋਸਤ, ਅਹੁਦੇਦਾਰ, ਸੱਜਣ ਸਾਰਿਆਂ ਦਾ ਤਹਿ ਦਿਲੋਂ ਇੱਥੇ ਸਵਾਗਤ ਹੈ। ਅਕਸਰ ਜਦੋਂ ਇਹੋ ਜਿਹਾ ਕੋਈ ਮੌਕਾ ਹੁੰਦਾ ਹੈ, ਅਸੀਂ ਗੱਲ ਕਰਦੇ ਹਾਂ ਕਿ ਸਟੇਜ ਦੇ ਉੱਪਰ ਆ ਕੇ ਜਦੋਂ 20-50 ਬੰਦਿਆਂ ਨੇ ਇਕੱਠੇ ਹੋਣਾ ਹੁੰਦਾ ਹੈ। ਮੇਰੇ ਤੋਂ ਪਹਿਲਾਂ ਇਹ ਸਾਰਿਆਂ ਨੇ ਗੱਲ ਕਹਿ ਦਿੱਤੀ ਹੈ, ਫਿਰ ਵੀ ਮੈਂ ਰਿਪੀਟ ਕਰ ਰਿਹਾ ਕਿ ਵੀ ਆਰ ਬਾਉਂਡ ਟੂ ਪ੍ਰੇਜ਼। ਅਸੀਂ ਸਿਰਫ ਆ ਕੇ ਨਾ ਇੱਥੇ ਸਿਫਤ ਹੀ ਕਰਨੀ ਹੁੰਦੀ, ਬੰਦਾ ਚਾਹੇ ਜਿੰਨੀ ਜਾਂ ਮਰਜ਼ੀ। ਪਰ ਵੀਡੀਓ ਸਾਹਿਬ ਤੁਸੀਂ ਸੱਚਮੁੱਚ ਇਹਦੇ ਲਾਇਕ। ਇਸ ਤੋਂ ਪਹਿਲਾਂ ਜਿਹੜੀ ਮੈਂ ਹੋਰ ਗੱਲ ਕਰਦਾ ਕਿ ਹੁਣ ਤੋਂ ਕਰੀਬ 4-5 ਦਿਨ ਪਹਿਲੇ ਵੀਡੀਓ ਸਾਹਿਬ ਸਾਡੇ ਨਾਲ ਗੱਲ ਕਰ ਰਹੇ ਸੀ ਕਿ ਯਾਰ ਮੇਰਾ ਨਾ ਮਨ ਨਹੀਂ ਕਰ ਰਿਹਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਕਰੀਏ। ਜਿਵੇਂ ਸੁਖਦੇਵ ਭਾਜੀ ਨੇ ਕਿਹਾ ਕਿ ਅਸੀਂ ਪਰਿਵਾਰਕ ਤੌਰ 'ਤੇ ਇੱਥੇ ਬੜੇ ਵਧੀਆ ਤਰੀਕੇ ਨਾਲ ਵਿਚਰਦੇ ਰਹੇ, ਆਪਸ ਵਿੱਚ ਗੱਲਬਾਤ ਕਰਦੇ ਰਹੇ। ਅਤੇ ਵੀਡੀਓ ਸਾਹਿਬ ਕਹਿੰਦੇ ਕਿ ਕੁਛ ਟ੍ਰੈਜਡੀ ਵੀ ਹੋ ਗਈ ਪਰਿਵਾਰ ਦੇ ਵਿੱਚ, ਅਤੇ ਮੇਰਾ ਜਿਹੜਾ ਵੈਸੇ ਸਫ਼ਰ ਰਿਹਾ ਨੌਕਰੀ ਦਾ ਉਹ ਵੀ ਕੁਛ ਇਹੋ ਜਿਹਾ ਰਿਹਾ। ਉਸ ਸਾਰੀ ਗੱਲ ਦੇ ਉੱਪਰ ਮੈਂ ਵੀਡੀਓ ਸਾਹਿਬ ਇਹ ਕਹਿਣਾ ਚਾਹਾਂਗਾ ਕਿ ਅਸੀਂ ਇੱਕ ਦਿਨ ਅੱਗੇ ਦੀ ਗੱਲ ਸਾਂਝੀ ਕੀਤੀ ਸੀ। ਮੈਂ ਸਾਰਿਆਂ ਦੇ ਵਿੱਚ ਫਿਰ ਗੱਲ ਸਾਂਝੀ ਕਰਨਾ ਕਿ ਜਦੋਂ ਮੇਰਾ ਖੁਦ ਦਾ ਬਰਥ ਹੋਇਆ ਸੀ, ਉਸ ਵਕਤ ਡਾਕਟਰਸ ਨੇ ਨਾ ਟਾਵਲ ਦੇ ਵਿੱਚ ਲਪੇਟ ਕੇ ਇੱਕ ਸਾਈਡ 'ਤੇ ਰੱਖ ਦਿੱਤਾ ਸੀ ਕਿ ਬੱਚਾ ਜਿਹੜਾ ਇਹ ਮਰਿਆ ਹੋਇਆ ਪੈਦਾ ਹੋਇਆ। ਕੁਦਰਤੀ ਗੱਲ ਹੈ ਕਿ ਉਸ ਵਕਤ ਸਾਡੇ ਗਵਾਂਢ ਦੇ ਵਿੱਚ ਇੱਕ ਲੇਡੀ ਸੀ ਜਿਹੜੀ ਦਾਈ ਦਾ ਕੰਮ ਜਾਣਦੀ ਸੀ। ਕੁਦਰਤਨ ਉਸ ਵਕਤ ਹਸਪੀਟਲ ਉਹ ਆਈ, ਉਹਨੇ ਆ ਕੇ ਦੇਖਿਆ, ਪੁੱਛਿਆ। ਜਦੋਂ ਪਤਾ ਲੱਗਿਆ ਉਹਨੇ ਨਾ ਚੁੱਕ ਕੇ ਮੈਨੂੰ ਲੱਤਾਂ ਤੋਂ ਪੁੱਠਾ ਟੰਗ ਲਿਆ ਅਤੇ ਬੈਕ ਦੇ ਉੱਪਰ ਥੰਪਿੰਗ ਕੀਤੀ। ਮੈਂ ਰੋਣ ਲੱਗ ਗਿਆ। ਉਸੇ ਵਕਤ ਆਕਸੀਜਨ ਵਗੈਰਾ ਲਗਾਈ, ਸਾਰਾ ਕੁਛ। ਅਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਮੇਰੀ ਲਾਈਫ ਵਿੱਚ ਖੁਦ ਬਹੁਤ ਸਾਰੇ ਉਤਾਰ ਚੜ੍ਹਾ ਰਹੇ। ਮੈਂ ਵੀਡੀਓ ਸਾਹਿਬ ਨਾਲ ਬੈਠ ਕੇ ਕਾਫੀ ਗੱਲਾਂ ਖਿੱਚ ਰਹੀ ਸੀ, ਪਰ ਵੀਡੀਓ ਸਾਹਿਬ ਕੁਛ ਮੇਰੇ ਰੀਸੈਂਟ ਪਾਸਟ ਦੇ ਵਿੱਚ ਨਾ ਇਹੋ ਜਿਹੇ ਕਹਿ ਲਓ ਸਿਨੈਰੀਓ ਹੋਏ, ਜਿਸ ਤੋਂ ਬਾਅਦ ਆਪਣਾ ਮਾਈਂਡ ਸੈਟਅਪ ਇਹ ਬਣਾਇਆ ਕਿ ਜੋ ਮਰਜ਼ੀ ਹੁੰਦਾ ਹੋਈ ਜਾਵੇ, ਜੋ ਮੈਨੂੰ ਚੰਗਾ ਲੱਗਦਾ, ਜਿੱਥੇ ਮੈਨੂੰ ਖੁਸ਼ੀ ਮਿਲਦੀ ਮੈਂ ਉਹ ਜ਼ਰੂਰ ਕਰਦਾ।
ਸਾਡੀ ਲਾਈਫ ਦੇ ਵਿੱਚ ਚਾਹੇ ਜੋ ਮਰਜ਼ੀ ਹੋ ਗਿਆ, ਤੁਹਾਡੀ ਪਰਸਨਲ ਲਾਈਫ ਦੇ ਵਿੱਚ ਚਾਹੇ ਜਿਹੜੀ ਐਜ਼ ਐਨ EMPLOYE ਜੋ ਮਰਜ਼ੀ ਹੋ ਗਿਆ, 3 ਸਾਲ 4 ਸਾਲ ਬਾਅਦ ਜਦੋਂ ਦੁਬਾਰਾ ਮੌਕਾ ਮਿਲਿਆ, ਚਾਹੇ 4 ਮਹੀਨੇ ਲਈ ਮਿਲਿਆ, ਅਸੀਂ ਇਹਨੂੰ ਨਹੀਂ ਕਰਨਾ। ਸਾਨੂੰ ਇਹ ਮੌਕਾ ਮਿਲਿਆ, ਅਸੀਂ ਇੱਥੇ ਬੈਠ ਕੇ ਜਿਹੜੀਆਂ ਗੱਲਾਂ ਕਰਨੀਆਂ ਉਹ ਜ਼ਰੂਰ ਕਰਦੇ। ਚੰਗਾ ਲੱਗਦਾ, ਸਾਨੂੰ ਵੀ ਚੰਗਾ ਲੱਗਦਾ ਕਿ ਇੱਕ ਚੰਗਾ ਅਫਸਰ ਹੈ। ਠੀਕ ਹੈ, ਸਾਨੂੰ ਇਸ ਗੱਲ ਦਾ ਦੁੱਖ ਜ਼ਰੂਰ ਹੈ ਕਿ ਤੁਸੀਂ ਚਲੇ ਜਾਣਾ, ਪਰ ਇਹ ਗੱਲ ਸਾਡੇ ਦਿਲ ਨੂੰ ਚੰਗੀ ਇਹ ਨਹੀਂ ਲੱਗੀ ਕਿ ਤੁਹਾਨੂੰ ਇਸੇ ਤਰੀਕੇ ਨਾਲ ਅਸੀਂ ਵਿਦਾ ਕਰਾਂਗੇ। ਬਾਕੀ ਗੱਲ ਰਹੀ ਜਿਹੜੀ ਸ਼ਖਸੀਅਤ ਦੀ ਅਤੇ ਸਾਰੀਆਂ ਗੱਲਾਂ ਦੀ, ਜੇਕਰ ਮੈਂ ਇੱਕੋ ਗੱਲ ਕਹਾਂ ਤੇ ਮੇਰੇ ਵਾਸਤੇ ਤੇ ਵੀਡੀਓ ਸਾਹਿਬ ਰੱਬ ਰੂਪ, ਕਿਉਂਕਿ ਇਸ ਤੋਂ ਪਹਿਲਾਂ ਵੀ ਮੇਰੀ ਲਗਭਗ 16 ਸਾਲ ਦੀ, ਚਾਹੇ ਪ੍ਰਾਈਵੇਟ ਸੈਕਟਰ ਦੇ ਵਿੱਚ ਤੇ ਚਾਹੇ ਗਵਰਨਮੈਂਟ ਸੈਕਟਰ ਵਿੱਚ, ਮੇਰੀ ਆਪਣੀ ਜੌਬ ਹੋ ਗਈ ਹੈ। ਬਹੁਤ ਤਰ੍ਹਾਂ ਦੇ ਅਫਸਰ ਮਿਲੇ, ਬਹੁਤ ਤਰ੍ਹਾਂ ਦੇ ਸੁਬੋਰਡੀਨੇਟਸ ਵੀ ਮਿਲੇ, ਆਪਣੇ ਨਾਲ ਬਰਾਬਰ ਦੇ ਕੰਮ ਕਰਨ ਵਾਲੇ ਵੀ ਮਿਲੇ, ਪਰ ਇਹੋ ਜਿਹੇ ਨਹੀਂ ਮਿਲੇ। ਇਸ ਤੋਂ ਪਹਿਲਾਂ ਇੱਕ ਵੀਡੀਓ ਸਾਹਿਬ ਇੱਥੇ ਰਹਿ ਚੁੱਕੇ ਨੇ। ਕੋਵਿਡ ਦਾ ਟਾਈਮ ਸੀ ਅਤੇ ਮੇਰੇ ਫਾਦਰ ਢਿੱਲੇ ਹੋ ਗਏ ਸੀਗਾ। ਮੈਂ ਉਹਨਾਂ ਨੂੰ ਕਾਲ ਕੀਤੀ ਕਿ ਵੀਡੀਓ ਸਾਹਿਬ ਮੇਰੇ ਕੋਲੋਂ ਨਾ ਆਇਆ ਨਹੀਂ ਜਾਣਾ, ਕਿ ਫਾਦਰ ਸੀਰੀਅਸ ਨੇ, ਮੈਨੂੰ ਜਾਣਾ ਪੈਣਾ। ਮੈਨੂੰ ਉਹਨਾਂ ਨੇ ਇਹ ਜਵਾਬ ਦਿੱਤਾ ਵੀ ਜੀ ਸਾਹਿਬ ਉਹ ਫਲਾਣਾ ਕੰਮ ਹੈਗਾ ਵੀ ਉਹ ਜ਼ਰੂਰੀ ਹੈ, DC ਆਫਿਸ ਆਉਣਾ ਪਊਗਾ। ਮੈਂ ਕਿਹਾ ਜੀ ਵੀਡੀਓ ਸਾਹਿਬ ਸੌਰੀ, ਤੁਸੀਂ ਗੱਲ ਨੂੰ ਸਮਝੋ ਵੀ ਫਾਦਰ ਨੂੰ ਛੱਡ ਕੇ ਮੇਰੇ ਲਈ ਔਖਾ। ਨਹੀਂ ਜੀ ਸਾਹਿਬ ਆਉਣਾ ਹੀ ਪੈਣਾ। ਮੈਂ ਕਿਹਾ ਵੀਡੀਓ ਸਾਹਿਬ ਫਿਰ ਨਾ ਨੌਕਰੀ ਮੈਨੂੰ ਬਾਪ ਨਾਲੋਂ ਪਿਆਰੀ ਨਹੀਂ। ਉਹਨਾਂ ਨੇ ਅੱਗੋਂ ਸ਼ੋ ਕਾਜ਼ ਲੈਟਰ ਜਿਹੜਾ ਸੀ WhatsApp ਦੇ ਉੱਪਰ ਪਾ ਦਿੱਤਾ। ਚਲੋ ਉਸ ਤੋਂ ਬਾਅਦ ਜੋ ਵੀ ਗੱਲਬਾਤ ਹੋਈ ਅਲੱਗ ਗੱਲ ਹੈ। ਹੁਣ ਇਹਦੇ ਨਾਲ ਗੱਲ ਜੁੜਦੀ ਕੀ ਆ ਕਿ ਹਫ਼ਤਾ 10 ਦਿਨ ਪਹਿਲੇ ਮੇਰਾ ਬੇਟਾ ਹੈ 2 ਸਾਲ ਦਾ, ਉਹ ਹਸਪੀਟਲਾਈਜ਼ ਹੋਇਆ। ਸਾਨੂੰ ਸਭ ਨੂੰ ਪਤਾ ਇੱਥੇ ਕਿ ਫਿਲਹਾਲ 14ਵੇਂ ਡਿਸਟ੍ਰੀਬਿਊਸ਼ਨ ਨੂੰ ਲੈ ਕੇ ਕਿੰਨੀ ਮਾਰੋ ਮਾਰ ਪਈ ਹੋਈ ਹੈ। ਮੈਂ ਵੀਡੀਓ ਸਾਹਿਬ ਨੂੰ ਫੋਨ 'ਤੇ ਵੀ ਗੱਲ ਕਹੀ, ਵੀਡੀਓ ਸਾਹਿਬ ਮੁਸ਼ਕਿਲ ਹੈ। ਵੀਡੀਓ ਸਾਹਿਬ ਕਹਿੰਦੇ ਕੰਮ ਹੁੰਦੇ ਰਹਿਣਗੇ, ਜਿਨ੍ਹਾਂ ਦੀ ਖਾਤਰ ਸਾਰਾ ਕੁਝ ਕਰਦੇ ਹੋ ਨਾ ਉਹ ਸਭ ਤੋਂ ਪਹਿਲਾਂ। ਮੈਂ ਕਿਉਂ ਨਹੀਂ ਕਹੂੰਗਾ ਕਿ ਇਹ ਸ਼ਖਸ ਜਿਹੜੇ ਇੱਥੇ ਬੈਠੇ ਹੋ ਰੱਬ ਨੂੰ। ਫਿਰ ਜਦੋਂ ਅਸੀਂ ਆਪਣੀ ਗੱਲ ਕਰੀਏ ਵੀ ਅਸੀਂ 100 ਤਰ੍ਹਾਂ ਦੀਆਂ ਨਲੈਕੀਆਂ ਸਾਡੇ ਵਿੱਚ ਵੀ ਹੁੰਦੀਆਂ ਨੇ। ਜਦੋਂ ਗੁਰਬਾਣੀ ਦੀ ਗੱਲ ਕਰੀਏ, ਗੁਰੂ ਸਾਹਿਬ ਕਹਿੰਦੇ ਨੇ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਮਾਰੈ, ਗੁਰ ਉਪਦੇਸ਼ ਝਿੜਕੇ ਬਹੁ ਭਾਂਤੀ। ਬਹੁਤ ਪਿਤਾ ਗੱਲ ਆ ਬਈ ਇਹ ਜਿਹੜਾ ਬੱਚਾ ਹੈ ਨਾ ਅਣਜਾਣ ਕੋਲ ਦੇ ਵਿੱਚ ਲੱਖਾਂ ਤਰ੍ਹਾਂ ਦੀਆਂ ਗਲਤੀਆਂ ਕਰਦਾ, ਕਈ ਭੁੱਲਾਂ ਕਰਦਾ ਹੈ, ਪਰ ਉਹ ਪਰਮਾਤਮਾ, ਉਹ ਪਿਤਾ ਜਿਹੜਾ ਹੈ ਨਾ ਬੱਚੇ ਨੂੰ ਸਮਝਾਉਂਦਾ ਹੈ, ਝਿੜਕਦਾ ਹੈ, ਅਖੀਰ ਉਹਨੂੰ ਫਿਰ ਆਪਣੀ ਗੱਲ ਵਕੜੀ 'ਚ ਹੀ ਲੈ ਲੈਂਦਾ। ਉਹ ਸਾਡੇ ਵੀਡੀਓ ਸਾਹਿਬ ਕਈ ਕੰਮ ਇਹਨਾਂ ਨੇ ਸਾਨੂੰ ਕਹੇ, ਸਾਡੇ ਕੋਲੋਂ ਨਹੀਂ ਹੋਏ, ਚਾਹੇ ਸਾਨੂੰ ਪ੍ਰਾਇੋਰਟਾਈਜ਼ ਨਹੀਂ ਕਰਨਾ ਆਇਆ ਵੀ ਕਿਹੜਾ ਕੰਮ ਪਹਿਲਾਂ ਕਰਨ ਵਾਲਾ ਕਿਹੜਾ ਬਾਅਦ 'ਚੋਂ ਕਰਨ ਵਾਲਾ, ਪਰ ਉਸ ਦੇ ਬਾਵਜੂਦ ਵੀਡੀਓ ਸਾਹਿਬ ਨੇ ਝਿੜਕਿਆ ਵੀ ਸਭ ਕੁਝ ਕੀਤਾ, ਪਰ ਫਿਰ ਸਾਡਾ ਨੁਕਸਾਨ ਕੋਈ ਨਹੀਂ। ਸੋ ਵੀਡੀਓ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ 4 ਮਹੀਨੇ ਸਾਨੂੰ ਦਿੱਤੇ ਅਤੇ ਆਹ ਸੁਣਾ ਸਕਦੇ ਕਿ ਅਸੀਂ ਤੁਹਾਡੇ ਬਾਰੇ ਸਾਰਿਆਂ ਵਿੱਚ ਖੜ੍ਹ ਕੇ ਕੁਝ ਕਹਿ ਸਕੀਏ। ਜਿਹੜਾ ਵਕਤ ਲੰਘ ਗਿਆ ਉਹ ਤਾਂ ਲੰਘ ਗਿਆ, ਅੱਗੋਂ ਆਉਣ ਵਾਲਾ ਸਮਾਂ ਪਰਮਾਤਮਾ ਕਰੇ ਕਿ ਤੁਹਾਡਾ ਬਹੁਤ ਵਧੀਆ ਹੋਵੇ, ਸਿਹਤਯਾਬੀ ਬਖਸ਼ੇ ਤੁਹਾਨੂੰ, ਪਰਿਵਾਰਕ ਤੌਰ 'ਤੇ ਤੁਸੀਂ ਵਧੀਆ ਵਿਚਰੋ। ਜਿਹੇ ਜਿਹੀਆਂ ਗੱਲਾਂ ਤੁਸੀਂ ਇੱਥੇ ਬੈਠ ਕੇ ਸਾਡੇ ਨਾਲ ਕਰਦੇ ਰਹੇ ਹੋ, ਤੁਹਾਡੇ ਬੱਚੇ ਅੱਗੋਂ ਉਹਨਾਂ ਨੂੰ ਅਪਣਾਉਣ, ਅੱਗੇ ਵਧਣ, ਇਹੀ ਸਾਡੀ ਤੁਹਾਡੇ ਲਈ ਦੁਆ ਹੈ। ਬਹੁਤ ਬਹੁਤ ਸ਼ੁਕਰੀਆ। ਮੁੱਖ ਮਹਿਮਾਨ ਵੀਡੀਓ ਸਾਹਿਬ, ਬਾਕੀ ਦਰਜਾ ਬਦਰਜਾ ਮੇਰੇ ਸਟਾਫ ਮੈਂਬਰ, ਮੈਂ ਤਾਂ ਵੀਡੀਓ ਸਾਹਿਬ ਨੂੰ ਇੱਕ ਅੱਜ ਤੋਂ ਨਹੀਂ ਜਾਣਦਾ, ਲਗਭਗ 10 ਸਾਲ 15 ਸਾਲ ਪਹਿਲਾਂ ਤੋਂ ਜਾਣਦਾ। ਇਹ ਮੇਰੇ ਨਾਲ ਨੂਰਪੁਰ ਵੇਦੀ ਵੀ ਰਹੇ ਹੈ, ਲਗਭਗ ਰੋਪੜ ਵੀ ਰਹੇ ਹੈ ਅਤੇ ਚਮਕੌਰ ਸਾਹਿਬ ਵੀ। ਚਮਕੌਰ ਸਾਹਿਬ ਇੱਦਾਂ ਹੁੰਦਾ ਸੀ ਵੀ ਇਹਨੂੰ ਮੈਂ ਰਹੂੰਦਾ ਸੀ ਰੋਪੜ ਹੈੱਡਕੁਆਟਰ 'ਤੇ, ਜੇ ਨੂਰਪੁਰ ਵੇਦੀ ਵਾਲੇ ਵੀਡੀਓ ਸਾਹਿਬ ਨੇ ਜਾਣਾ ਤਾਂ ਵੀ ਮੇਰੇ ਕੋਲ ਪਹੁੰਚਣਾ, ਜੇ ਚਮਕੌਰ ਸਾਹਿਬ ਤੋਂ ਆਉਣਾ ਤਾਂ ਵੀ ਉਹਨਾਂ ਨੇ ਮੇਰੇ ਕੋਲ ਪਹੁੰਚਣਾ। ਹੈੱਡਕੁਆਟਰ 'ਤੇ ਸਾਰਿਆਂ ਦਾ ਜੁਆਇੰਟ ਉੱਥੇ ਹੀ ਬਣ ਜਾਂਦਾ ਸੀ। ਅਤੇ ਬਾਕੀ ਇਹਨਾਂ ਦਾ ਕੰਮ ਕਰਨ ਦਾ ਨਜ਼ਰੀਆ ਸ਼ੁਰੂ ਤੋਂ ਹੀ ਮਤਲਬ ਇਹੋ ਜਿਹਾ ਰਿਹਾ, ਜਿਹੜੇ ਸਾਡੇ ਨਾਲ ਇਹਨਾਂ ਨੇ 4 ਮਹੀਨੇ ਬਿਤਾਏ। ਇਹਨਾਂ ਦਾ ਕਦੇ ਵੀ ਕੋਈ ਵੀ ਇਹੋ ਜਿਹਾ ਮਤਭੇਦ, ਕਦੀ ਕਿਸੇ ਮੁਲਾਜ਼ਮ ਨਾਲ, ਕਦੀ ਕਿਸੇ ਮਤਲਬ ਬਾਹਰਲੇ ਸਰਪੰਚ ਪੰਚ ਨਾਲ, ਕਦੀ ਵੀ ਇਹਨਾਂ ਦਾ ਕਦੀ ਕੋਈ ਮਤਭੇਦ ਨਹੀਂ ਹੋਇਆ, ਨਾ ਹੀ ਸੁਣਨ 'ਚ ਆਇਆ। ਬਾਕੀ ਹੁਣ ਵੀਡੀਓ ਸਾਹਿਬ ਰਿਟਾਇਰ ਹੋ ਗਏ, ਇਹ ਨਹੀਂ ਹੈਗਾ ਵੀ
ਸੋਮਨਾਥ ਨੂੰ ਫੋਨ ਨਹੀਂ ਕਰਨਾ ਜਾਂ ਸਟਾਫ ਨੂੰ ਫੋਨ ਨਹੀਂ ਕਰਨਾ ਵੀ ਚੱਲ ਯਾਰ ਮੇਰਾ ਹੁਣ ਫੋਨਾ ਫਾਨੀ ਖੇਡਿਆ ਕਰਾਂਗੇ। ਫਿਰ ਵੀਡੀਓ ਸਾਹਿਬ ਮੈਨੂੰ ਇੱਕ ਦਿਨ ਫੋਨ 'ਤੇ ਗੱਲ ਕਹਿੰਦੇ ਪੀਓ ਸਾਹਿਬ ਯਾਰ ਅਸੀਂ ਫੋਨਾ ਫਾਨੀ ਖੇਡੀ ਜਾਂਦੇ ਆ ਸਾਡਾ ਬੋਲਦਾ ਇਹਦਾ ਉਹ ਤਾਂ ਨਿਕਲਦਾ ਨਹੀਂ, ਰਿਜ਼ਲਟ ਤਾਂ ਨਿਕਲਦਾ ਨਹੀਂ। ਮੈਂ ਵੀਡੀਓ ਸਾਹਿਬ ਨੂੰ ਗੱਡੀ 'ਚ ਫਿਰ ਤੇਜ਼ ਕਰਨਾ, ਵੀਡੀਓ ਸਾਹਿਬ ਤੁਸੀਂ ਜਰਾ ਮੀਟਿੰਗ ਸਖਤੀ ਨਾਲ ਨਹੀਂ ਲੈਂਦੇ, ਇਸੇ ਗੱਲ ਤੇ ਫੋਨਾ ਫਾਨੀ ਦਾ ਰਿਜ਼ਲਟ ਨਹੀਂ ਨਿਕਲਦਾ। ਵੀਡੀਓ ਸਾਹਿਬ ਨੇ ਮੁੜ ਗਿਆ ਕਿ ਫੇਰ ਕੁਰਸੀ ਤੇ ਬੈਠਣਾ, ਰਕੇਸ਼ ਨੇ ਮਾੜਾ ਜਿਹਾ ਫੇਰ ਵਿੱਚ ਇੱਕ ਵਾਰੀ ਹੱਥ ਲੱਗ ਗਿਆ ਵੀ ਜਿਹੜੇ ਚੜੇ ਹੁੰਦੇ ਕਿੰਨੀ ਕੁੜੀ ਚੜ੍ਹਦੇ ਹਟ ਜਾਓ ਵੀਡੀਓ ਸਾਹਮਣੇ ਨਹੀਂ ਦੇਖਦੇ ਨਾ ਮੈਂ ਤਾਂ ਮੇਰਾ ਰੋਲ ਹੀ ਨਹੀਂ ਹੁੰਦਾ ਸੀ ਵੀ ਵੀਡੀਓ ਸਾਹਿਬ ਤੁਸੀਂ ਮੀਟਿੰਗ ਜਰਾ ਸਖਤੀ ਨਾਲ ਨਹੀਂ ਲੈਂਦੇ। ਬਸ ਇੰਨੀ ਗੱਲ ਕਹਿਣ ਦੀ ਬਾਵਜੂਦ ਵੀ ਇਹਨਾਂ ਨੇ ਕਦੀ ਵੀ ਜਿਹੜੀ ਫੇਰ ਵੀ ਆ ਕੇ ਇਹ ਨਹੀਂ ਕਿਹਾ ਵੀ ਮੈਂ ਕੋਈ ਸਖਤੀ ਨਾਲ ਮੀਟਿੰਗ ਕਰਾਂ ਜਾਂ ਮੈਂ ਕਿਸੇ ਮੁਲਾਜ਼ਮ ਦੇ ਖਿਲਾਫ। ਬਾਕੀ ਤੁਸੀਂ 4 ਮਹੀਨੇ ਦੇ ਤਜਰਬੇ ਤੋਂ ਜਾਣਦੇ ਹੀ ਹੋ ਸਾਰੇ, ਜੇ ਤਾਂ 4 ਮਹੀਨੇ ਦੇ ਵਿੱਚ ਜੇ ਕਦੀ ਇੱਕ ਦਿਨ ਆਪਣੇ ਮੇਰੇ ਭਰਾ ਦੇ ਖਿਲਾਫ ਕਹਿੰਦੇ ਵੀ ਕੋਈ ਗੱਲ ਨਹੀਂ ਯਾਰ ਅੱਜ ਅਸੀਂ ਕਰ ਦੇਣਾ ਕੰਮ, ਮੈਨੂੰ ਫੇਰ ਵੀ ਲਿਖਣ ਦੇ ਬਾਵਜੂਦ ਵੀ ਜਿਸ ਬੇਦੀ ਕਮਰੇ ਤੋਂ ਉੱਠ ਕੇ ਬਾਹਰ ਆ ਗਿਆ, ਮੈਨੂੰ ਬਾਹਰ ਦੇ ਫੜ ਕੇ ਕਹਿੰਦੇ ਆ ਸੋਮਨਾਥ ਯਾਰ ਮੇਰੇ ਥੋੜੇ ਜਿਹੇ ਦਿਨ ਰਹਿ ਗਏ, ਇਸ ਗੱਲ ਕਰਕੇ ਮੇਰਾ ਦਿਲ ਨਹੀਂ ਕਰਦਾ। ਫਿਰ ਵੀ ਮੇਰੇ ਦਰਾਜ ਦੇ ਵਿੱਚ ਪਈ ਹੈ ਬੇਦੀ ਦੀ ਚਿੱਠੀ ਭੇਜਣੀ, ਤਾਂ ਨਹੀਂ ਰਹਿਨਮਾਈ ਔਰ ਨਰਮ ਦਿਲੀ ਦੀਆਂ ਗੱਲਾਂ ਕਰਦੇ ਹਾਂ। ਚਲੋ ਵੀਡੀਓ ਸਾਹਿਬ ਉਮਰ ਜਿਹੜੀ ਹੈਗੀ ਹੈ ਲੰਬੀ ਹੋਣ ਦੇ ਅਸੀਂ ਪ੍ਰਾਰਥਨਾ ਕਰਦੇ ਹਾਂ। ਪੂਰਾ ਜਿਹੜੇ ਹੋਏ ਨਹੀਂ ਹਰ ਗੱਲ ਕੀ ਹੈ ਬੇਸ਼ੱਕ ਉਹ ਮੈਂ ਬੰਦਾ ਅਟੈਂਡ ਕਰ ਰਿਹਾ ਪਰ ਮੈਨੂੰ ਪੂਰਾ ਸੁਣੀ ਹੋਗਾ ਹਰ ਸਾਰੀ ਖਰੜ ਦੀਆਂ ਔਰਤਾਂ ਦੀਆਂ ਜਾਂ ਮੇਰੇ ਬਚਪਨ ਦੀਆਂ ਰਿਸ਼ਤੇਦਾਰ ਵੀ ਇਹਦੇ ਨਾਲ ਮੇਰਾ ਜੋ ਸਾਕੇ ਦਾ ਸੰਕਟ ਦਾ ਨਜ਼ਰੀਆ ਹੈ ਉਹ ਤਕਰੀਬਨ ਮੇਰਾ ਪੁਰਾਣਾ ਹੀ ਹੈ। ਮੈਂ ਉਹਦੇ ਮਹਿਸੂਸ ਕਰਦਾ ਤੇ ਆਪਨੂੰ ਬੰਦਾ ਉਹਦੇ ਸਾਹਿਬ ਨਾਲ ਇੱਕਦਮ ਯਾਦ ਦੀ ਕੋਈ ਕੋਈ ਗਵਰਨਮੈਂਟ ਨੂੰ ਵੀ ਟੈਗ ਕਰਤਾ ਉਹ ਪੱਕਿਆ ਹੈ तो लीडर सुभाव है नेचर है भी नेचर से उਵੇਂ ਹੀ ਆ ਰਹੇ ਮੈਨੂੰ ਇਹ ਕੁਦਰਤ ਵੱਲੋਂ ਹੁੰਦਾ ਜੀ, ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ, ਕੁਦਰਤ ਵੱਲੋਂ ਹੁੰਦਾ। ਜਿਹੜੀ ਨੇਚਰ ਕੁਦਰਤ ਨੇ ਬਣਾਈ ਉਹ ਉਹੀ ਰਹਿਣੀ ਹੈ। ਕੋਈ ਜਿੰਨੀ ਵੀ ਚੇਂਜ ਕਰਨ ਦੀ ਕੋਸ਼ਿਸ਼ ਕਰ ਲਵੇ ਉਹ ਨੇਚਰ ਕਦੇ ਵੀ ਚੇਂਜ ਨਹੀਂ ਹੁੰਦੀ। ਇਸ ਗੱਲ ਕਰਕੇ ਪਰਮਾਤਮਾ ਮੂਹਰੇ ਇਹੀ ਅਰਜ਼ ਕਰਦੇ ਆ ਕਿ ਤੁਹਾਡੀ ਉਮਰ ਲੰਬੀ ਔਰ ਸੁਖਾਵੀ ਬੀਤੇ। ਇੰਨਾ ਹੀ ਕਹਿੰਦਾ ਹੋਇਆ ਧੰਨਵਾਦ। ਬਾਰ-ਬਾਰ ਕਹਿ ਰਹੇ ਹਾਂ ਕਿਉਂਕਿ ਅਸੀਂ ਤਾਂ ਸਾਰੇ ਜਾਣਦੇ ਹਾਂ ਤੇ ਫਿਰ ਉਹੀ ਗੱਲ ਮਨ 'ਤੇ ਆਈ ਜਾਂਦੀ ਵੀ ਅਸੀਂ ਕੀ ਕਹੀਏ ਕੀ ਨਾ ਕਹੀਏ, ਕਿੱਥੋਂ ਗੱਲ ਸ਼ੁਰੂ ਕਰੀਏ ਕਿੱਥੋਂ ਬੰਦ ਕਰੀਏ। ਤੇ ਹੁਣ ਮੈਂ ਵੀਡੀਓ ਸਾਹਿਬ ਦੇ ਪਰਮ ਦੋਸਤ ਪਵਨ ਕੁਮਾਰ ਸਰਦਾਰ ਮਹਿੰਦਰ ਸਿੰਘ ਬੀਡੀ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਤੇ ਦੋਨੋਂ ਬੱਚੇ ਤੇ ਪ੍ਰਧਾਨ ਨਿਰਮਲ ਸਿੰਘ ਜੀ, ਪ੍ਰਦੀਪ ਜੀ ਤੇ ਮੋਰਿੰਡੇ ਤੋਂ ਸੰਦੀਪ ਜੀ ਤੇ ਸਾਡੇ ਇੱਥੇ ਬਲਾਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ, ਜੇਈ ਸਾਹਿਬ, ਪੀਓ ਸਾਹਿਬ, ਰਜਿੰਦਰ ਜੇਈ ਸਾਹਿਬ ਤੇ ਸਾਡੇ ਨਰੇਗਾ ਦੇ ਕਰਮਚਾਰੀ ਜਾਂ ਹੋਰ ਸਾਡੇ ਇਸ ਦਫ਼ਤਰ ਦੇ ਕਰਮਚਾਰੀ, ਇਸ ਖੁਸ਼ੀ ਦੇ ਮੌਕੇ ਵਿੱਚ ਸਾਰਿਆਂ ਦਾ ਧੰਨਵਾਦ ਹੈ। ਜੇਕਰ ਆਪਾਂ ਵੀਡੀਓ ਸਾਹਿਬ ਦੀ ਗੱਲ ਕਰੀਏ ਤਾਂ ਸਾਨੂੰ ਸ਼ਬਦ ਨਹੀਂ ਮਿਲਦਾ ਕਿ ਇਹਨਾਂ ਦੀ ਜਿੰਨੀ ਇਹਨਾਂ ਵਿੱਚ ਅਛਾਈ ਹੈ, ਜਿਸ ਤਰ੍ਹਾਂ ਦੇ ਅਫਸਰ ਹਨ, ਇਸ ਤਰ੍ਹਾਂ ਦਾ ਸਾਨੂੰ ਸ਼ਬਦ ਨਹੀਂ ਮਿਲਦਾ। ਤੇ ਇਹਨਾਂ ਦਾ ਧੰਨਵਾਦ ਅਸੀਂ ਕਿਹਨਾਂ ਸ਼ਬਦਾਂ ਨਾਲ ਕਰੀਏ, ਕਿਉਂਕਿ 2017 ਵਿੱਚ ਵੀਡੀਓ ਸਾਹਿਬ ਸਾਡੇ ਬਲਾਚੌਰ ਆਏ ਸਨ ਤੇ ਇਹਨਾਂ ਦਾ ਕੰਮ ਕਰਨ ਦਾ ਤਰੀਕਾ, ਕਦੇ ਵੀ ਫੋਨ ਤੇ ਗੱਲ ਕਰਨੀ ਹੈ ਤਾਂ ਰਾਜੇ ਜਾਂ ਭਾਈ ਸਾਹਿਬ ਤੋਂ ਬਗੈਰ ਇਹਨਾਂ ਨੇ ਗੱਲ ਨਹੀਂ ਕਰਨੀ, ਚਾਹੇ ਅਸੀਂ ਇਹਨਾਂ ਤੋਂ ਛੋਟੇ ਵੀ ਹਾਂ, ਇਹਨਾਂ ਤੋਂ ਉਮਰ ਵਿੱਚ ਵੀ ਛੋਟੇ ਹਾਂ ਤੇ ਸਰਵਿਸ ਵਿੱਚ ਵੀ ਸਾਡੇ ਨਾਲੋਂ ਸੀਨੀਅਰ ਹਨ ਤੇ ਪੋਸਟ ਮੁਤਾਬਕ ਵੀ ਸੀਨੀਅਰ ਹਨ। ਇਸ ਤਰ੍ਹਾਂ ਦੇ ਅਫਸਰ ਜਿਹੜੇ ਮਿਲਣੇ ਆ ਬਹੁਤ ਔਖੇ ਮਿਲਦੇ ਹਨ। ਮੈਂ ਅੱਜ ਤੱਕ ਸ੍ਰੀ ਸਤੀਸ਼ ਕੁਮਾਰ ਸ਼ਰਮਾ ਜੀ
ਜਿਹੜੇ ਸਾਡੇ ਵੀਡੀਓ ਰਹੇ ਨੇ ਬਲਾਚੌਰ 3.5 ਸਾਲ ਰਹੇ ਨੇ ਤੇ ਇਹਨਾਂ ਵਿੱਚ ਤੇ ਉਹਨਾਂ ਵਿੱਚ ਦੋਨਾਂ ਵਿੱਚ ਸਾਨੂੰ ਕੋਈ ਫਰਕ ਨਹੀਂ ਲੱਗਦਾ। ਦੋਨਾਂ ਦੇ ਸੁਭਾਅ, ਕੰਮ ਕਰਨ ਦਾ ਤਰੀਕਾ ਤੇ ਤੁਹਾਡੇ ਨਾਲ ਮਿਲ ਵਰਤਣ ਦਾ ਤਰੀਕਾ ਜਾਂ ਸਰਪੰਚਾਂ ਨਾਲ ਤਾਲਮੇਲ ਇੱਕੋ ਜਿਹਾ। ਆਪਾਂ ਇਹਨਾਂ ਦੋਨਾਂ ਨੂੰ ਇਕੁਅਲ ਕਹਿ ਸਕਦੇ ਹਾਂ। ਇਸ ਤਰ੍ਹਾਂ ਦੇ ਅਫਸਰ ਜਦੋਂ ਸਰਵਿਸ ਦੇ ਦੌਰਾਨ ਜਾਂ ਕੋਈ ਮਤਭਾਗਣੀ ਕੋਈ ਇਸ ਤਰ੍ਹਾਂ ਦੀ ਹੋ ਜਾਵੇ ਜਿਨ੍ਹਾਂ ਵਿੱਚ ਇਹਨਾਂ ਦਾ ਕਸੂਰ ਵੀ ਨਾ ਹੋਵੇ, ਉਹ ਬੜੀ ਗੱਲ ਟੁੱਟਦੀ ਹੈ। ਚਲੋ ਇਹ ਸਰਵਿਸ ਦਾ ਹਿੱਸਾ ਹੈ, ਕਈ ਵਾਰੀ ਆਪਣਾ ਕਸੂਰ ਵੀ ਨਹੀਂ ਹੁੰਦਾ, ਉਹਦੇ ਵਿੱਚ ਵੀ ਸਾਡਾ ਮਹਿਕਮਾ ਵੀ ਇਸ ਤਰ੍ਹਾਂ ਦਾ ਹੀ ਹੈ, ਉਹਦੇ ਵਿੱਚ ਵੀ ਸਾਨੂੰ ਪ੍ਰੋਬਲਮ ਖੜੀ ਹੋ ਜਾਂਦੀ ਹੈ। ਪਰ ਜਦੋਂ ਵੀ ਜਿੰਨਾ ਸਮਾਂ ਇਹ ਰਹੇ ਸਰਵਿਸ ਦੌਰਾਨ ਤੇ ਸਰਵਿਸ ਤੋਂ ਬਾਹਰ, ਉਹ ਸਾਰਿਆਂ ਨਾਲ ਇੱਕੋ ਜਿਹੇ ਰਹੇ। ਚਾਹੇ ਇਹਨਾਂ ਪਰ ਮੁਸੀਬਤ ਵੀ ਆਈ ਹੈ ਪਰ ਫਿਰ ਵੀ ਇਹਨਾਂ ਨੇ ਉਸ ਮੁਸੀਬਤ ਦਾ ਵੀ ਡਟ ਕੇ ਮੁਕਾਬਲਾ ਕੀਤਾ ਹੈ। ਇਸ ਤਰ੍ਹਾਂ ਦੇ ਅਫਸਰ ਜਦੋਂ ਰਿਟਾਇਰ ਹੋ ਕੇ ਜਾਂਦੇ ਹਨ ਤਾਂ ਖੁਸ਼ੀ ਵੀ ਹੁੰਦੀ ਹੈ ਤੇ ਦਿਲ ਨੂੰ ਦੁੱਖ ਵੀ ਹੁੰਦਾ ਹੈ। ਖੁਸ਼ੀ ਇਸ ਕਰਕੇ ਹੋ ਰਹੀ ਹੈ ਕਿਉਂਕਿ ਇਹ ਆਪਣਾ ਜਿਹੜਾ ਸਮਾਂ ਸੀ, ਜਿਹੜੇ ਸਾਡੇ ਮਹਿਕਮੇ ਵਿੱਚ ਰਿਟਾਇਰ ਹੋਣ ਦਾ ਜਿਹੜਾ ਸਮਾਂ ਹੈ ਉਹ ਕਿਸੇ ਭਾਗ ਵਾਲੇ ਨੂੰ ਮਿਲਦਾ ਹੈ, ਕਿਉਂਕਿ ਇੰਨਾ ਪੇਚੀਦਾ ਮਹਿਕਮਾ ਹੈ, ਇਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਖੜੀ ਹੁੰਦੀ ਹੈ। ਪਰ ਫਿਰ ਵੀ ਇਹ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਕਿ ਜਿਹੜਾ ਆਪਣਾ ਇਹਨਾਂ ਨੇ ਸਮਾਂ ਬਹੁਤ ਵਧੀਆ ਤਰੀਕੇ ਨਾਲ ਕੱਢਿਆ। ਤੇ ਇੱਥੇ ਜਿਹੜਾ ਸਮਾਂ ਸੀ 4 ਮਹੀਨੇ ਦਾ, ਮੇਰੀ ਵੀ ਬਦਲੀ ਔਰ ਤੋਂ ਹੋ ਕੇ ਆਈ ਸੀ। ਵੀਡੀਓ ਸਾਹਿਬ ਨੇ ਮੈਨੂੰ ਕਹਿਣਾ ਵੀ ਪਵਨ ਲੈ ਲੈ ਤੂੰ ਪਿੰਡ ਲੈ ਲੈ। ਮੈਂ ਕਹਿਣਾ ਜੀ ਬਈ ਮੇਰਾ ਵੀ ਦਿਲ ਲੱਗਦਾ। ਇਹ ਕਹਿੰਦੇ ਬਈ ਤੇ ਮੈਂ ਵੀ 4 ਮਹੀਨੇ ਹੀ ਹਾਂ। ਫਿਰ ਚਲੋ ਗੱਲ ਵੀ ਚੱਲੀ ਵੀ ਚਲੋ ਸ਼ਾਇਦ ਕੁਝ ਵਾਧਾ ਮਿਲ ਜਾਵੇ, ਚਲੋ ਰੱਬ ਦੇ ਮੁਤਾਬਕ ਉਹ ਨਹੀਂ ਹੋ ਸਕਿਆ। ਤੇ ਮੇਰੇ ਖਿਆਲ ਜੇਕਰ ਵੀਡੀਓ ਸਾਹਿਬ ਰਹਿ ਜਾਂਦੇ ਤਾਂ ਸ਼ਾਇਦ ਸਾਡਾ ਹੀ ਮਨ ਬਦਲ ਜਾਂਦਾ, ਕਿਉਂਕਿ ਅਫਸਰ ਦੇ ਮੁਤਾਬਕ ਜੇ ਸਾਡੇ ਅਸੀਂ ਢਾਲ ਲਈਏ ਨਾ ਤਾਂ ਵਧੀਆ ਗੱਲ ਹੁੰਦੀ ਹੈ। ਇਸ ਤਰ੍ਹਾਂ ਦੇ ਅਫਸਰ ਮਿਲਦੇ ਨੇ। ਬਾਕੀ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਕਿਉਂਕਿ ਸਮਾਂ ਕਾਫੀ ਹੋ ਗਿਆ ਹੈ ਤੇ ਵੀਡੀਓ ਸਾਹਿਬ ਨੇ ਬੋਲਣਾ ਹੈ ਤੇ ਸਮਾਂ ਜ਼ਿਆਦਾ ਹੋਣ ਦੇ ਕਾਰਨ ਮੈਂ ਆਪਣੀ ਜਿਹੜੀ ਬਾਣੀ ਇਸ ਨੂੰ ਵਿਰਾਮ ਦਿੰਦਾ ਹਾਂ ਤੇ ਧੰਨਵਾਦੀ ਹਾਂ ਸੁਖਦੇਵ ਜੀ ਦਾ, ਸਾਰੇ ਸਟਾਫ ਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੰਦੀਪ ਕੌਰ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਵੀ ਆਪਣੀ सत श्री अकाल एवरीवन। सो फाइनली वो टाइम आ गया। आई एम सो हैप्पी एज पापा रिटायर हो गए आज। आई रियली विश उनको से इंजॉय करना शुरू करूँगे एज थोड़ी पूरी लाइफ वॉज फुल ऑफ स्ट्रगल एंड समहाउ तुसीं सब कुछ मैनेज किया एंड स्ट्रॉन्ग बन के सब कुछ फेस भी किया। सो हुण तो नो टेंशनस प्लीज एंड जस्ट इंजॉय योर लाइफ टू द फुलेस्ट एंड फाइनली नो मोर फाइल्स कास्ट। Today is a special day, Papa, for everyone, and hope you लोग पहला बार घूमोगे फिरोगे सब कुछ करोगे। And I still remember कि election time and normal days भी we used to wait for you, चाहे जितना मर्जी टाइम हो जाए वेट करते थे हमेशा थोड़ी, जो कि बहुत अच्छा फेस सीखा लाइफ का। We used to enjoy a lot, marriages, movies, vacations, सारा कुछ ही जितने भी लाते थे कुछ इकट्ठा करते थे। हम तो फुल ऑन enjoyment कराया तुझे। अपार्ट फ्रॉम दैट पापा ने भी हार्ड वर्क एंड करेज दे करके अपना इन्ना इंजॉय कर पाए। मेरी एक बार बोलने से हर एक चीज़ मैंने मिलती रही है आज तक। ऑफकोर्स नॉट टू फॉरगेट मम्मा, दोनों ही मेहनत नाल अपना ये वधिया लाइफ सानू मिली है नहीं। सो थैंक यू सो मच डैड फॉर गिविंग अस द बेस्टेस्ट लाइफ, जो कदे अपना इमेजिन भी नहीं किया सीगा इहो जी लाइफ सानू मिली है। सानू बड़ा करना, एक्सीलेंट एजुकेशन देने लई, जो कि इंपॉर्टेंट पार्ट है लाइफ का। सो इन शॉर्ट थैंक यू सो मच फॉर ईच एंड एवरीथिंग। बाकी सब कुछ और ये मौका और खड़ के थोड़े वाले बोलने का सब कुछ सिर्फ थोड़े करके है। ऑल्सो थैंक यू एवरीवन कि ऑर्गेनाइज की तुसीं इन्नी अच्छी रिटायरमेंट पार्टी। हैप्पी रिटायरमेंट पापा। सत श्री अकाल सारिਆਂ ਨੂੰ। फर्स्ट ऑफ ऑल
I want to introduce myself. मेरा नाम जसप्रीत है एंड मैं वीडियो साहब का बेटा ते मैं थैंकफुल बहुत ज़्यादा पापा को कहना चाहना भी यह जी लाइफ देती है। एक परफेक्ट सन तो नहीं बन पाया बट हाँ वधिया सारे को होपफुली सो वधिया स्टडीज़ वधिया स्कूल्स वधिया एजुकेशन मैनर्स एटिकेट्स परफेक्टली सारा कुछ सिखाया इन्होंने हमेशा किमें बाहर वे ऑफ टॉक थोड़ा किमें होना चाहिए किमें तुसी गल करनी है और सुबह इन्हों का हसमुखी है हमेशा हमेशा की तरह कभी कदा हो जाते हैं ऊपर नीचे इन्ना चलता है होना चाहिए लेट आना ऑफकोर्स मेरी गलती होती है सो बहुत कुछ इन्होंने फेस किया लाइफ अपने डिस्कलोज थानू पता ही होएगा सारिਆਂ ਨੂੰ बट इन्ना कुछ फेस करने के बावजूद भी ही स्टैंडिंग परफेक्टली सब कुछ फेस किया एंड फैमिली को कदे अलग नहीं होने देता हमेशा यही सोचा कि किमें सारा कुछ जोड़ना आप फैमिली को किमें जोड़ के रखते हैं ही इज़ द परफेक्ट एग्जाम्पल किमें आप जोड़ के रखनी है किमें आप खुश रखना है किस मौके पर किमें आप बोलना है किदा किसी को आप मतलब वे किमें होना चाहिए किमें विचरना सारा कुछ मैं तो सीख रहा सीखता रहूँगा सो थैंक यू किसी भी औखे समय के एक चढ़ती कला की प्रेरणा लेनी हो तो चढ़ती कला का मुजस्मा साढ़े BDPO साहब सरदार मजिंदर सिंह जी जो असी कई बारी इदा दी घटनावां तो बड़े दुखी हो जाइएगा तो फिर ये दसते अक्सर सानू कहते हैं भाई नहीं ये जोड़ा है जिंदगी का पार्ट है औखे सौखे समय सदा नाल चलते हैं इन्हों ने सानू बहुत बड़ी डोलन पहुँचा तो इस करके भी असी इन्हों का विशेष तौर पर धन्यवाद करते हैं भी असी इन्हों को इतने बड़ा प्लस पॉइंट सीखा जो साड़ी लाइफ के बहुत बड़ी तब्दीली का सूचक सो मैं हुण होर कोई अपना साथी BDPO साहब की रिस्पैक्ट के कोई अपने तेई साहब आज बेदी साहब बहुत कुछ रहता सारे कोई सुन नीरज तू आ जा APO साहब नीरज कुमार जी मैं कभी इन्ने सारे ने इन्ने जाने ने कि कभी बोल रहा है कभी मेरी आवाज़ नहीं निकलती पर फिर भी चलो मैं कहना चाहूँगा कि प्रधान जी ने सारा कुछ करने कह देता वीडियो साहब का सुभाव सारे काम करता है इधर साल हो गए जॉब करते एग्जाम भी किया एक कहते थे भी वीडियो वाला काम हो गया कि नहीं ये काम जो बड़ा ना प्यारा जिहा लगता है कोई काम ये इतना करके कि उन्होंने कहना भी साडा दिल करता भी हुण ये काम जिद्दां दा मर्जी आ सानूं नहीं भी आता भी करके देना है क्योंकि एक क्वालिटी होंगी हर बंदे की एक अपनी खासियत होंगी है तो वखरा सुभाव आ हसमुख सारे नाल ही हस के गल करनी बाकी हम मैंने ज़्यादा कुछ बोलना पाता नहीं सारे का धन्यवाद भी चलो बहुत वधिया प्रोग्राम हो गया यही करती है गल जो असीं सच्चाई करते हैं सरदार बारे ही कही जाते हैं गल इत्थे आके अड़ जाती है तो असीं जो कहने असीं दिल दीयां गल्लां कह रहे हैं ये इत्थे कोई अज 10 नहीं पूरी हो गई ये अपने जज्बात है सानू इन्ने सालों के साढ़े को 25 BDPO साहब आए किन्ने अफसर होर भी सारे अफसर नाल वास्ता पैंदा सी पर ये नहीं भुलना ये टाइम जोड़ा तुहाडे नाल गुजारिया ये जोड़ा साडी जिंदगी का एक सिखावा माहौल सिखावा समा ये कदे भी नहीं भुलना सानू तो असीं हमेशा इस चीज़ को याद रखांगे तुहाडा सत्कार साडे मनां दे विच इदां ही रहेगा जी भावें आप तुसीं उहदे तो रिटायर होके जा रहे हैं असीं तुहाडी कदे भी साडे मनां दे विच रिस्पैक्ट होगी सो हुण मैं इत्थे पहला वीडियो साहब लास्ट के बोलोगे ना और सम्मान कर देंगे है ना।
ਪਾਤਸ਼ਾਹ ਦਾ ਵਾਹਿਗੁਰੂ ਦਾ ਨਾਮ ਲਈਏ ਆਪਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਉਹਨਾਂ ਪ੍ਰਧਾਨ ਸਾਹਿਬਾਨ ਦੇ ਵਿੱਚ ਜ਼ਰੂਰ ਕਰਿਆ ਕਿ ਉਹਨਾਂ ਦੀ ਕਿਰਪਾ ਨਾਲ ਹੀ ਆਪਾਂ ਇੱਥੇ ਸਾਰੇ ਸਜੇ ਹੋਏ ਹਾਂ। ਪਰਮਾਤਮਾ ਦੀ ਕਿਰਪਾ ਨਾਲ ਸਜੇ ਹੋਏ ਹਾਂ। ਸਾਰਿਆਂ ਦੇ ਪਰਮਾਤਮਾ ਦਾ ਹੱਥ ਹੈ ਤਾਂ ਹੀ ਅਸੀਂ ਇਕੱਠੇ ਹੋਏ ਹਾਂ। ਨਹੀਂ ਇਹੋ ਜਿਹੇ ਮਾਹੌਲ ਸਰਕਾਰੀ ਦਫ਼ਤਰਾਂ 'ਚ ਬੈਠਣ ਦਾ, ਇਹੋ ਜਿਹਾ ਸਮਾਂ ਹਰੇਕ ਬੰਦੇ ਨੂੰ ਸਾਡੇ ਤੋਂ ਵੱਧ ਕੁਆਲੀਫਾਈਡ ਤੁਰੇ ਫਿਰਦੇ ਨੇ, ਪੜ੍ਹੇ ਲਿਖੇ ਲੋਕ ਤੁਰੇ ਫਿਰਦੇ ਨੇ। ਇਹਨਾਂ ਦਫ਼ਤਰਾਂ 'ਚ ਆਉਣ ਦਾ ਸਮਾਂ ਕਿਸਮਤ ਵਾਲਿਆਂ ਨੂੰ ਦੇ। ਬੇਸ਼ੱਕ ਆਪਾਂ ਜੋ ਮਰਜ਼ੀ ਦੀ ਵੀ ਸਰਕਾਰਾਂ ਹੋ ਗਏ, ਸਰਕਾਰਾਂ ਫਲਾਣਾ ਹੋ ਗਿਆ, ਝੁਮਕਾ ਹੋ ਗਿਆ, ਮੌਕਾ ਮਿਲੇ। ਬਾਕੀ ਜੇ ਗੱਲ ਕਰਾਂ ਆਪਣੇ ਦੋ ਪ੍ਰਧਾਨ ਸਾਹਿਬਾਨ ਬੈਠੇ ਨੇ, ਜਿੰਨਾ ਕੁਛ ਇਹਨਾਂ ਨੇ ਕਿਹਾ, ਕਿਉਂਕਿ ਇਹਨਾਂ ਦਾ ਬੋਲਣ ਦਾ ਜਿਹੜਾ ਸਟਾਈਲ ਹੈ ਜਾਂ ਬੋਲਣ ਦਾ ਢੰਗ ਹੈ, ਸਟੇਜਾਂ 'ਤੇ ਬੋਲਦੇ ਰਹਿੰਦੇ ਨੇ, ਉਹੋ ਜਿਹਾ ਭਾਸ਼ਣ ਮੈਨੂੰ ਨਹੀਂ ਕਰਨਾ ਆਉਂਦਾ। ਜੋ ਇਹਨਾਂ ਨੂੰ ਠੀਕ ਲੱਗਿਆ ਕਹਿਤਾ, ਪਰ ਵੇ ਆਫ ਟਾਕਿੰਗ ਜਿਹੜਾ ਇਹਨਾਂ ਦਾ ਹੈਗਾ ਉਹਨੂੰ ਇਹ ਮੋਤੀ ਪਰੋ ਕੇ ਜਿਵੇਂ ਮਾਲਾ ਭੇਜ ਕੀਤੀ ਹੈ ਇਹਨਾਂ ਨੇ, ਇਹੋ ਜਿਹਾ ਆਰਟ ਆ ਬੰਦੇ ਦਾ ਇਹ ਕਿਸੇ ਕੋਲੇ ਹੁੰਦਾ, ਭਾਗ ਵਾਲੇ ਕੋਲੇ ਹੁੰਦਾ ਜੀ। ਸਾਡੇ ਪਵਨ ਜੀ ਬੈਠੇ ਨੇ। ਬਾਕੀ ਜਿੰਨਾ ਕੁ ਚਿਰ ਮੈਂ ਇੱਥੇ ਰਿਹਾ, ਬਹੁਤ ਉਸ ਸਟਾਫ ਤੋਂ ਵੀ ਮੈਨੂੰ ਸਿੱਖਣ ਨੂੰ ਮਿਲਿਆ। ਪਰ ਇਹ ਮੇਰਾ ਸੁਭਾਅ ਹੈ ਵੀ ਮੈਂ ਜਿੱਥੇ ਜਾਂਦਾ ਉੱਥੋਂ ਮੈਂ ਸਾਰਿਆਂ ਨੂੰ ਨਾਲ ਲੈ ਕੇ ਜਾਂਦਾ। ਬਹੁਤ ਦੇਰ ਪਹਿਲਾਂ ਮੈਂ ਮਰਿੰਡੇ ਸੀ, ਦੈਨ ਆਈ ਵਾਜ਼ SCPO, ਸੋਸ਼ਲ ਐਜੂਕੇਸ਼ਨ ਐਂਡ ਪੰਚਾਇਤ ਆਫਿਸਰ। ਇਹਨਾਂ ਨੇ ਪਹਿਲਾਂ ਮੈਂ ਪਿੱਛੋਂ ਸ਼ੁਰੂ ਹੋ ਜਾ, ਜਿੱਥੋਂ ਸਫ਼ਰ ਸ਼ੁਰੂ ਹੋਇਆ। ਸੰਜੀਵਪੁਰਾ ਨੇ ਮੇਰੇ ਕੋਲ ਬਤੌਰ ਪੰਚਾਇਤ ਸਕੱਤਰ ਪ੍ਰੋਟੈਕਟ ਬੇਸ 'ਤੇ ਜਿਹੜੇ ਪਹਿਲਾਂ ਆਏ ਤੇ ਉੱਥੋਂ ਜੁਆਇਨ ਕਰਿਆ। ਤਾਂ ਇਹਦਾ ਪੰਜਾਬੀ 'ਚ ਹੱਥ ਢਿੱਲਾ ਸੀ ਸੰਜੀਵ ਦਾ। ਤਾਂ ਗੁੱਸੇ ਨਾਲ ਤਾਂ ਕੋਈ ਨਹੀਂ ਖਾਂਦਾ, ਪਰ ਪਿਆਰ ਨਾਲ ਇਹਦੇ ਮੈਂ ਹੱਥਾਂ ਦੇ ਉੱਤੇ ਫੁੱਟੇ ਵੀ ਮਾਰੇ ਦਿੰਦਾ। ਬਿਗ ਪੰਜਾਬੀ ਠੀਕ ਹੈ, ਬਿਗ ਪੰਜਾਬੀ ਠੀਕ ਹੈ। ਔਰ ਇਹਨੇ ਠੀਕ ਲਿਖਿਆ ਔਰ ਬਹੁਤ ਮਹਾਰਤ ਹਾਸਲ ਕਰੀ ਹੈ ਸੰਜੀਵ, ਬਹੁਤ ਸੋਹਣੀ ਡਰਾਫਟਿੰਗ ਕਰ। ਬਾਕੀ ਹਰਦੀਪ ਉਹਨਾਂ ਨਾਲ, ਪ੍ਰਧਾਨ ਜੀ ਉਹਨਾਂ ਨਾਲ ਮੇਰਾ ਖਰੜਾ ਕੇ ਬਾਅਦ ਫਿਰ ਜਿੱਥੇ ਮੈਂ ਗਿਆ ਤਾਂ ਮੇਰੇ ਸਾਰਿਆਂ ਨਾਲ ਬਹੁਤ ਸੋਹਣੇ ਤਾਲੁਕਾਤ ਰਹੇ ਨੇ, ਬਹੁਤ ਸੋਹਣੇ ਸੰਬੰਧ ਰਹੇ। ਔਰ ਇਹਦੇ ਵਿੱਚ ਸੰਜੀਵ ਨੇ ਮੇਰਾ ਲੁਧਿਆਣੇ 'ਚ ਐਕਸੀਡੈਂਟ ਹੋਇਆ, ਪਰ ਮੈਂ ਉੱਥੋਂ ਸ਼ੁਰੂ ਹੋ ਗਿਆ। ਹੁਣ ਲੁਧਿਆਣੇ ਮੇਰਾ ਐਕਸੀਡੈਂਟ ਹੋ ਗਿਆ ਤਾਂ ਬੰਦਾ ਮਰ ਗਿਆ ਕਾਰ ਨਾਲ। ਦੈਨ ਸੰਜੀਵ, ਮੈਂ ਕਿਸੇ ਰਿਸ਼ਤੇਦਾਰ ਨੂੰ, ਭੈਣ ਭਾਈ ਨੂੰ, ਕਿਸੇ ਨੂੰ ਫੋਨ ਨਹੀਂ ਕੀਤਾ, ਸੰਜੀਵ ਨੂੰ ਫੋਨ ਕੀਤਾ, ਕਹਿੰਦਾ ਵੀ ਸੰਜੀਵ ਮੇਰਾ ਐਕਸੀਡੈਂਟ ਹੋ ਗਿਆ ਯਾਰ, ਬੰਦਾ ਮਰ ਗਿਆ। 5 ਮਿੰਟ ਰੁਕੋ ਜੀ, ਫਿਰ ਕੀ ਹੋ ਗਿਆ, ਤੁਸੀਂ ਖੜੋ ਇੱਥੇ 5 ਮਿੰਟ, ਮੈਂ ਹੁਣੀ ਆਇਆ। 2 ਮਿੰਟ ਔਰ 2 ਬੰਦੇ ਲੈ ਨਾਲ ਉੱਥੇ ਨਾਲ ਦੀ ਨਾਲ ਮੇਰੇ ਕੋਲ ਪਹੁੰਚਿਆ। ਹਰ ਸੰਭਵ ਸਹਾਇਤਾ ਜਿਹਨਾਂ ਨੇ ਕਰੀ, ਪ੍ਰਧਾਨ ਜੀ ਦੀ, ਸਾਰੇ ਸਟਾਫ ਦਾ, ਇਨਕਲੂਡਿੰਗ ਸੜੋਆ, ਮੇਰੇ ਸਾਰਿਆਂ ਦੇ ਹੱਥ ਰਿਹਾ। ਸਾਰਿਆਂ ਦੀ ਕੋਆਪਰੇਸ਼ਨ ਨਾਲ ਮੈਂ ਜਿੱਥੇ ਵੀ ਕਿਤੇ ਕਿਸੇ ਮਿਸ਼ਨ ਨੂੰ ਹੱਥ ਪਾਇਆ ਤਾਂ ਕਾਮਯਾਬ ਹੋਇਆ। ਆਪਣੇ ਕੋਲ ਸਮਾਂ ਘੱਟ ਰਿਹਾ, ਇਸ ਕਰਕੇ ਥੋੜ੍ਹਾ ਬਹੁਤਾ ਆਪਣਾ ਪਿੱਛਾ। ਔਰ ਇਹ ਵੀ ਮੈਂ ਤੁਹਾਨੂੰ ਗੱਲ ਦੱਸ ਦਵਾਂ ਵੀ ਸਮਾਂ ਘੱਟ ਹੋਣ ਕਰਕੇ ਬੰਦੇ ਦਾ ਇੰਟਰਸਟ ਥੋੜ੍ਹਾ ਘੱਟ ਬਣਦਾ, ਤਾਂ ਕਰਕੇ ਥੋੜ੍ਹਾ ਜਿਹਾ ਬਲੌਕ 'ਤੇ ਜੇ ਕੋਈ ਉਣਤਾਈਆਂ ਰਹੀਆਂ ਨੇ, ਸਮੇਂ ਦੀ ਘਾਟ ਕਰਕੇ ਰਹੀਆਂ ਨੇ। ਅਦਰਵਾਈਜ਼ ਸਾਰੇ ਤੁਸੀਂ ਮਿਹਨਤੀ ਹੋ ਅਤੇ ਸਾਰੇ ਮੈਨੂੰ ਕੋਆਪਰੇਟ ਕਰਦੇ ਰਹੇ ਹੋ। ਕੋਈ ਇਹੋ ਜਿਹੀ ਗੱਲ ਸੀ ਜਿੱਥੇ ਕਿਤੇ ਕੋਈ ਉਣਤਾਈਆਂ ਰਹਿ ਗਈਆਂ ਤਾਂ ਸਮੇਂ ਦੀ ਘਾਟ ਕਰਕੇ ਰਹਿ ਗਈਆਂ। ਅਦਰਵਾਈਜ਼ ਕੋਈ ਇਹੋ ਜਿਹਾ ਸਟਾਫ ਦੇ ਵਿੱਚ ਕੋਈ ਇਹੋ ਜਿਹਾ ਹੈ ਨਹੀਂ। ਬੇਟੀ ਨੂੰ ਵੀ ਆਪਾਂ ਨੇ ਤੇ ਮਾੜਾ ਮੋਟਾ ਕਿਤੇ ਪਿੱਛੇ ਦੀਆਂ ਨੂੰ ਖਿੱਚ ਖੁੱਚ ਕੇ ਨਾਲ ਰਲਾ ਲੈਣਾ ਦੀ ਆਪਾਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ। ਸੋ ਇਸ ਤੋਂ ਇਲਾਵਾ ਮੈਂ ਜੇ ਆਪਣੀ ਲਾਈਫ ਬਾਰੇ ਥੋੜ੍ਹਾ ਚਾਨਣਾ ਪਾਵਾਂ, 1999 ਵਿੱਚ ਮੈਂ ਖੇੜਾ ਬਲਾਕ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਉੱਥੇ ਬਤੌਰ SCPO ਜੁਆਇਨ ਕੀਤਾ। ਸਾਲ ਭਰ ਦੀ ਨੌਕਰੀ ਉੱਥੇ ਕੀਤੀ। ਦੈਨ ਫਿਰ ਮੈਂ ਸੰਜੀਵ ਵਾਲੇ ਬਲਾਕ ਦੇ ਵਿੱਚ ਮਰਿੰਡੇ ਆ ਗਿਆ। ਸਭ ਤੋਂ ਨੀਅਰੈਸਟ ਮੈਨੂੰ ਬਲਾਕ ਮਰਿੰਡਾ ਪੈਂਦਾ ਸੀ। 5 ਸਾਲ ਲਗਾਤਾਰ ਮਰਿੰਡੇ ਸਰਵਿਸ ਕੀਤੀ। 80% ਸਰਵਿਸ ਮੇਰੀ ਲਗਭਗ ਰੋਪੜ ਜ਼ਿਲ੍ਹੇ ਦੀ ਹੈ। ਮੈਨੂੰ ਨੇੜੇ ਇਹ ਪੈਂਦਾ ਸੀ। ਰਿਹਾਇਸ਼ ਮੇਰੀ ਮੋਹਾਲੀ, ਚੰਡੀਗੜ੍ਹ, ਪਰ ਚੰਡੀਗੜ੍ਹ ਰਹਿੰਦੇ ਸੀ, ਅਸੀਂ ਫਿਰ ਮੋਹਾਲੀ ਆ ਗਏ। ਤਾਂ ਲਗਭਗ ਇੱਥੇ ਦਾ ਨੂਰਪੁਰ ਵਿੱਚ ਹੀ ਆ ਗਿਆ, ਚਮਕੌਰ ਸਾਹਿਬ ਚਲਾ ਗਿਆ, ਮਰਿੰਡੇ ਆ ਗਿਆ। ਇਹਨਾਂ 3-4 ਬਲਾਕਾਂ ਦੇ ਵਿੱਚ ਮੇਰੀ ਆਲਮੋਸਟ ਸਰਵਿਸ 80% ਇੱਥੇ ਆ ਗਈ। ਤਾਂ ਉਸ ਤੋਂ ਬਾਅਦ ਫਿਰ ਨੂਰਪੁਰ ਵਿੱਚ ਹੀ ਵੀਡੀਓ ਚਾਰਟ ਲੈ ਕੇ ਆ ਗਿਆ। ਫਿਰ ਮਰਿੰਡੇ ਚਲਾ ਗਿਆ। ਫਿਰ ਲੁਧਿਆਣਾ ਸਟੇ ਪੂਰੀ ਹੋ ਗਈ ਮੇਰੀ, ਜਿੱਥੇ ਇਲੈਕਸ਼ਨ ਆ ਗਈ 2009 ਦੇ ਵਿੱਚ ਮੈਂ ਲੁਧਿਆਣਾ ਬੰਦ 'ਚ ਰਿਹਾ। 2 ਸਾਲ ਉੱਥੇ ਰਿਹਾ। ਫਿਰ ਚਮਕੌਰ ਸਾਹਿਬ ਆ ਗਿਆ, 2 ਸਾਲ ਚਮਕੌਰ ਸਾਹਿਬ ਰਹਿ ਗਿਆ। ਫਿਰ ਰਾਜਪੁਰੇ ਜਾਣ ਦਾ ਮੌਕਾ ਮਿਲਿਆ। ਮਤਲਬ 5-7 ਬਲਾਕਾਂ ਦੇ ਵਿੱਚ ਮੇਰੀ ਸਾਰੀ ਸਰਵਿਸ ਪੂਰੀ ਹੋ ਗਈ। ਪਰ ਇਸ ਦੌਰਾਨ ਆ ਜਿਹੜੇ ਮੇਰੇ ਪਿਛਲੇ 4 ਸਾਲ ਲੰਘੇ ਨੇ ਖਰੜ ਬਲਾਕ ਦੇ ਵਿੱਚ, ਅਨਫੋਰਚੂਨੇਟਲੀ ਕੁਛ ਸਟਾਰ ਪੁੱਠੇ ਹੋ ਗਏ। ਬਾਬਾ ਜੀ ਨੇ ਹੱਥ ਫੜ ਕੇ ਪਰਾਂ ਖਿੱਚਿਆ ਤਾਂ ਖੜੋਤਾ ਗਈ ਸਰਵਿਸ ਦੇ ਵਿੱਚ, ਸਸਪੈਂਡ ਹੋ ਗਿਆ। ਸਸਪੈਂਡ ਦੇ ਵਿੱਚ ਜੇ ਮੈਂ ਘਰ ਕਨੀ ਆਵਾਂ, ਮੇਰੇ ਮੈਸੇਜ 47 ਸੈਕਟਰ ਤੋਂ ਹੈਡ ਮਿਸਟਰਸ ਰਿਟਾਇਰ ਹੋਏ ਨੇ। ਇਹਨਾਂ ਵੱਲੋਂ ਜਾਂ ਮੇਰੇ ਬੱਚਿਆਂ ਵੱਲੋਂ, ਬੇਟੇ ਬੇਟੀ ਵੱਲੋਂ ਮੈਨੂੰ ਪੂਰਾ ਵੀ ਕਿਸੇ ਕਿਸਮ ਦੀ ਕੋਈ ਤੰਗੀ ਨਹੀਂ ਆਉਣ ਦਿੱਤੀ। ਪੂਰਾ ਕੋਆਪਰੇਟ ਕਰਿਆ। ਇਕਨੋਮਿਕਲੀ ਮੇਰੀ ਪੂਰੀ ਸਪੋਰਟ ਕਰਦੇ ਰਹੇ ਨੇ। ਔਰ ਬੱਚਿਆਂ ਨੇ ਵੀ ਕਦੇ ਕੋਈ ਮਾੜੇ ਸਮੇਂ ਵਿੱਚ ਇਹੋ ਜਿਹੀ ਜਿੱਦ ਨਹੀਂ ਕੀਤੀ ਵੀ ਸੂਈ ਦੇ ਲੱਗੇ ਵਿੱਚ ਲਿਖਾਤੇ ਹੈ। ਕੋਈ ਮੈਨੂੰ ਇਹੋ ਜਿਹੀ ਦਿੱਕਤ ਨਹੀਂ ਆਈ। ਜੇ ਇਹੋ ਜਿਹਾ ਮਾਹੌਲ ਘਰ ਦਾ ਹੁੰਦਾ ਤਾਂ ਹੋ ਸਕਦਾ ਮੈਂ ਥੋੜ੍ਹੇ ਨਾਲ ਹਾਸੇ ਮਜ਼ਾਕ ਵਾਲੀਆਂ ਗੱਲਾਂ ਜਾਂ
ਜਿਵੇਂ ਵਿਚਰਦਾ ਰਿਹਾ ਤੁਹਾਡੇ ਨਾਲ, ਤਾਂ ਇਹੋ ਜਿਹੀ ਪ੍ਰੋਬਲਮ ਇਹੋ ਜਿਹੇ ਮਾਹੌਲ ਦੇ ਵਿੱਚ ਨਾ ਵਿਚਰਦਾ। ਸਟਾਫ ਨੂੰ ਸਾਰੇ ਜਿਹੜੇ ਬਲਾਕਾਂ ਦੇ ਵਿੱਚ ਮੈਂ ਰਿਹਾ, ਹਾਸੀ ਤਵਾਸੀ ਦੇ ਵਿੱਚ ਕੰਮ ਕਰਕੇ, ਹਾਸੀ ਤਵਾਸੀ ਵਾਲੇ ਬਲਾਕ ਚਲਾ ਕੇ ਆਪਾਂ ਆਪਣੀ ਸਰਵਿਸ ਪੂਰੀ ਕਰਕੇ ਇੱਥੇ ਲਾਸਟ ਸਟੇਜ 'ਤੇ ਆ ਕੇ ਤੁਹਾਡੇ ਕੋਲ ਪਹੁੰਚ ਗਿਆ। ਸੋ ਸਾਰਾ ਸਟਾਫ ਵਧੀਆ, ਸਾਰਾ ਮਿਹਨਤੀ ਸਟਾਫ ਹੈ, ਪ੍ਰੈਜੈਂਟੇਸ਼ਨ ਦੀ ਕੋਈ ਇਗਨੋਰ ਐਸਾ ਹੀ ਦਿਖਾਈ ਨਹੀਂ। ਥੋੜ੍ਹੀ ਬਹੁਤੀ ਕਿਤੇ ਉਣਤਾਈਆਂ, ਪਰਫੈਕਟ ਤਾਂ ਪਰਮਾਤਮਾ ਦਾ ਨਾਮ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਉਣਤਾਈ ਹੁੰਦੀ ਹੈ। ਮਿਹਨਤ ਬਥੇਰੀਆਂ ਹੋਣਗੀਆਂ, ਉਹ ਤੁਹਾਨੂੰ ਪਤਾ ਲੱਗਦਾ, ਬੇਸ਼ੱਕ ਮੇਰੇ ਮੂੰਹ 'ਤੇ ਨਹੀਂ ਕਹੋਗੇ, ਪਰ ਜਿੱਥੇ ਕਿਤੇ ਹੋਊਗਾ ਤਾਂ ਜ਼ਰੂਰ ਦੂਜੇ ਨੂੰ ਪਤਾ ਲੱਗਦਾ, ਆਪਣੇ ਆਪ ਨੂੰ ਕਦੇ ਵੀ ਪਤਾ ਲੱਗਦਾ ਵੀ ਇਸ ਤਰ੍ਹਾਂ ਦੀ ਮੇਰੇ ਕੋਲ ਹੈਗਾ। ਬਾਕੀ ਆ ਪ੍ਰਵੀਨ ਬਾਰੇ ਅਤੇ ਜਗਦੀਪ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹੈ ਕਿ ਦਿਨ ਵੀ ਇਹਨਾਂ ਨੇ ਜਦੋਂ ਇਲੈਕਸ਼ਨ ਪੀਰੀਅਡ ਵਿਧਾਨ ਸਭਾ ਦੀ ਚੋਣ 'ਚ ਮੈਨੂੰ ਪੂਰਾ ਮੁੰਡੇ ਨਾਲ ਮੁੰਡਾ ਲੱਗੇ ਰਹਿੰਦੇ ਨੇ। ਅਤੇ ਫੀਲਡ ਸਟਾਫ 'ਚ ਆਪਣੇ 'ਚ ਸਾਰੇ ਆ ਜਿਹੜੀ ਰਾਤ ਮੈਂ ਬਾਹਰ ਵੀ ਤੁਹਾਨੂੰ ਕਿਹਾ ਸੀ ਵੀ ਜੇ ਹਰਦੀਪ ਨੂੰ ਬੁਲਾਉਣਾ ਹੋਵੇ ਤਾਂ ਨਿੰਦੂ ਨੂੰ ਯਾਦ ਕਰ ਲਓ। ਇਹ ਨਾਲ ਹੀ ਇਕੱਠੇ ਹੀ ਨੇ ਦੋਨੇ, ਮਤਲਬ ਇੱਕ ਨੂੰ ਬੁਲਾ ਲਓ, ਦੋਵੇਂ ਇਕੱਠੇ ਆ ਜਾਂਦੇ ਨੇ। ਐਵੇਂ ਮੇਰੇ ਕੇਸ ਨੂੰ ਪਤਾ ਨਹੀਂ ਕਿਵੇਂ ਆ ਮੇਰੇ ਕਰਕੇ ਸੁਦੇਵ ਨੂੰ ਛੱਡ ਗਿਆ ਜਾਂ ਨਹੀਂ ਕਰਨਾ, ਦੋਨੇ ਇਕੱਠੇ ਜਾਂਦੇ, ਵਧੀਆ ਲੱਗਦਾ, ਬਹੁਤ ਸੋਹਣਾ ਲੱਗਦਾ, ਦੋਨੇ ਜੋੜੀ ਇਕੱਠੇ ਜਾਂਦੇ ਨੇ। ਸੋ ਜਿੰਨੀ ਮੇਰੀ ਤਾਰੀਫ ਸਾਰੇ ਪ੍ਰਵਕਤਾ ਜਿੰਨੇ ਆਏ ਨੇ ਕਰਤੀ, ਉਹਦੇ ਵਾਸਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਕੰਮ ਦੀ ਕੋਆਪਰੇਸ਼ਨ ਵਾਸਤੇ ਬਹੁਤ ਧੰਨਵਾਦੀ ਹਾਂ। ਵੀ ਹੁਣ ਇਸ ਕਰਕੇ ਵੀ ਮੈਂ ਘਾਲਾਂ ਵਾਲਾ ਨਾ ਕਰਾਂ ਵੀ ਮੇਰੇ ਕੋਲ ਹੁਣ ਸ਼ਬਦ ਪ੍ਰੋਪਰ ਹੈ ਨਹੀਂ। ਆਪਣੇ ਸਾਡੇ ਸਰਕਾਰ ਦੇ ਸਰਪੰਚ ਸਾਹਿਬ ਬੈਠੇ ਨੇ, ਹੋਰ ਵੀ ਭਾਈ ਸਾਹਿਬ ਆਏ ਤੇ ਮੈਂ ਉਹਨਾਂ ਨੂੰ ਬਾਈ ਨੇਮ ਨਹੀਂ ਜਾਣਦਾ। ਸਰਪੰਚ ਸਾਹਿਬ ਨੇ ਵੀ, ਇਹਨਾਂ ਦਾ ਵੀ ਮੈਨੂੰ ਬਹੁਤ ਯੋਗਦਾਨ ਰਿਹਾ। ਕਰ ਸਕਦਾ ਸਰਪੰਚ ਸਾਹਿਬ ਦੇ ਨਾਈਸ ਨੇ, ਵਧੀਆ ਸਰਪੰਚ ਨੇ। ਸੋ ਸਾਰੇ ਸਟਾਫ ਦਾ ਇੰਕਲੂਡਿੰਗ ਸਾਡੇ ਸਰਪੰਚ ਸਾਹਿਬ, ਯੂ ਸਾਹਿਬ ਸਾਡੇ ਬੈਠੇ ਨੇ, ਸ਼ਰਾਰਤੀ ਨੇ ਥੋੜ੍ਹੇ ਜਿਹੇ, ਬਾਕੀ ਕੰਮ ਕਰਦੇ ਨੇ। ਉਹ ਵਿੱਚੋਂ ਛੁੱਟੀ ਛੱਡ ਜਾਂਦੇ ਨੇ, ਕਿਤੇ ਕਿਤੇ ਸ਼ਰਾਰਤ ਕਰ ਜਾਂਦੇ ਨੇ, ਬਾਕੀ ਠੀਕ ਹੈ ਸਾਰਾ ਸਟਾਫ। ਪਾਵਨ ਜੀ ਆਏ ਨੇ, ਉਹ ਚੇਚੇ ਤੌਰ 'ਤੇ ਭਾਵੇਂ ਇੱਥੋਂ ਹੀ ਗਏ ਨੇ, ਪਰ ਹੁਣ ਇਹਨਾਂ ਨੂੰ ਆਪਾਂ ਉਹਨਾਂ ਦੇ ਸਟਾਫ ਬਲਾਚੌਰਾਂ ਦੇ ਸਟਾਫ 'ਚ ਮਿਲਾਂਗੇ। ਸਾਡੇ ਟੈਕਨੀਕਲ ਵਿੰਗ ਦੇ ਜੇਈ ਸਾਹਿਬਾਨ, ਸਾਰਾ ਸੋਚਿਆ ਸਟਾਫ ਆ, ਸਾਰੇ ਸਿਆਣੇ ਨੇ। ਸੋ ਇਸ ਤੋਂ ਇਲਾਵਾ ਜੇ ਮੈਂ ਆਪਣੀਆਂ ਡਿਊਟੀਆਂ ਪ੍ਰਤੀ ਕਰਾਂ, ਪਿਛਲੇ ਦਿਨ ਹਾਈ ਕੋਰਟ ਦੇ ਜਿਹੜੇ ਜੱਜ ਨੇ ਸਰ ਜਸਵੀਰ ਸਿੰਘ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮਹਿਕਮੇ ਕਨਿਆਰੀਏ ਵਾਲਾ ਜਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਨੇ, ਉਹਦੇ ਨਾਲ ਸਰ ਬਲਬੀਰ ਸਿੰਘ ਸੀਚੇਵਾਲ ਆਏ ਨੇ। ਬਹੁਤ ਸਖਤ ਮੀਟਿੰਗ ਹੋਈ ਹੈ। ਵਿਭਾਗੀ ਤੌਰ 'ਤੇ ਮੇਰੀ ਡਿਊਟੀ ਵੀ ਬਣਦੀ ਹੈ, ਮੇਰਾ ਦਿਲ ਵੀ ਕਰਦਾ ਜਿਹੋ ਜਿਹੀ ਮੇਰੀ ਨੇਚਰ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਗਰਾਊਂਡ ਵਾਟਰ ਦਾ ਲੈਵਲ, ਬਹੁਤ ਕੁਛ ਉਹਨਾਂ ਨੇ ਦੱਸਿਆ, ਗਰਾਊਂਡ ਵਾਟਰ ਦਾ ਲੈਵਲ ਬਹੁਤ ਨੀਚੇ ਜਾ ਰਿਹਾ। ਟਿਊਬਵੈੱਲ ਲੋਕ ਲਗਾਈ ਜਾਂਦੇ ਨੇ, ਉਹਨਾਂ ਦੀ ਮਜਬੂਰੀ ਆ ਫਸਲਾਂ ਦੀ ਸਿੰਚਾਈ ਕਰਨੀ ਹੈ। 15 ਤੋਂ 20 ਸਾਲ ਦਾ ਪਾਣੀ ਸਾਡੇ ਕੋਲ ਪੀਣ ਵਾਲਾ ਪਾਣੀ ਰਹਿ ਗਿਆ, ਅਤੇ ਵੱਧ ਤੋਂ ਵੱਧ 15 ਸਾਲ, 20 ਸਾਲ, 25 ਸਾਲ ਚੱਲੂਗਾ। ਆਉਣ ਵਾਲੀ ਜਨਰੇਸ਼ਨ ਨਾਲ ਜਿਹੜੇ ਸਾਡੇ ਬੱਚੇ ਨੇ, ਬੱਚਿਆਂ ਦੇ ਬੱਚੇ ਨੇ, ਉਹਨਾਂ ਵਾਸਤੇ ਇੱਕ ਬਹੁਤ ਵੱਡੀ ਮੁਸੀਬਤ ਹੈ। ਗਲੋਬਲ ਵਾਰਮਿੰਗ ਹੈ ਜਿਹੜੀ ਦਿਨੋਂ ਦਿਨ ਟੈਂਪਰੇਚਰ, ਹਾਲੇ ਮਾਰਚ ਦਾ ਮਹੀਨਾ ਚੱਲ ਰਿਹਾ, ਮਾਰਚ ਦੇ ਮਹੀਨੇ ਦੇ ਵਿੱਚ ਕਿੰਨਾ ਟੈਂਪਰੇਚਰ ਹਾਈ ਚੱਲ ਰਿਹਾ ਹੈ। ਇਹ ਦਿਨੋਂ ਦਿਨ ਵਧੀ ਜਾਂਦੀ ਹੈ, ਗਲੇਸ਼ੀਅਰ ਪਿਘਲੀ ਜਾਂਦਾ ਹੈ, ਉੱਪਰੋਂ ਜਿਹੜਾ ਕੁਦਰਤੀ ਸੋਮਿਆਂ ਤੋਂ ਪਾਣੀ ਆਉਂਦਾ ਉਹਦੀ ਘਾਟ ਹੋਈ ਜਾਂਦੀ ਹੈ, ਸਿੰਚਾਈ ਪੂਰੀ ਨਹੀਂ ਹੁੰਦੀ। ਸੋ ਇਹਦੇ ਸੰਬੰਧ ਵਿੱਚ ਬਹੁਤ ਕੁਛ ਉਹਨਾਂ ਨੇ ਗੱਲਾਂ ਕੀਤੀਆਂ। ਜਿਹੋ ਜਿਹਾ ਆਪਣਾ ਰੂਰਲ ਡਿਵੈਲਪਮੈਂਟ ਦਾ ਮਹਿਕਮਾ ਹੈਗਾ, ਕੁਦਰਤੀ ਸਰੋਤਾਂ ਨੂੰ ਸੰਭਾਲੋ, ਟੋਭਿਆਂ ਦੇ ਉੱਤੇ ਆਪਣੇ ਮਹਿਕਮੇ ਦਾ ਕੰਮ ਹੈ। ਕੱਲ੍ਹ ਮੰਤਰੀ ਜੀ ਨੇ ਮੀਟਿੰਗ ਕਰੀ ਹੈ, ਹੁਣ ਮੈਂ ਵਿਭਾਗੀ ਤੌਰ 'ਤੇ ਫਿਰ ਉਹ ਸਾਰਾ ਕੁਛ ਮੇਰੇ ਦਿਮਾਗ ਦੇ ਵਿੱਚ ਆ ਗਿਆ। ਬਹੁਤ ਸਖਤ ਮੀਟਿੰਗ ਕਰੀ ਹੈ। ਪਰਟੀਕੂਲਰ ਇਹ ਸਵਾਲ ਆਪਣੇ ਗਗਨ ਜੀ ਅਤੇ ਰਵਿੰਦਰ ਭਾਅ ਜੀ, ਉਹ ਹੁਣ ਇੱਧਰਲੇ ਪਾਸੇ ਨੂੰ ਵੀਡੀਓ ਕਰਨੇ ਨੂੰ ਵੀ ਬਹੁਤ ਆਏ ਨੇ, ਪਰ ਨਾਲ ਨਾਲ ਟੈਕਨੀਕਲ ਵਿੰਗ ਕਰਨੇ ਨੂੰ ਵੀ ਬਹੁਤ ਆਏ ਨੇ। ਮੰਤਰੀ ਸਾਹਿਬ ਉਹ ਭਾਲਦੇ ਨੇ, ਮੰਗਦੇ ਨੇ ਮੰਤਰੀ ਜੀ ਵੀ ਪ੍ਰੋਪਰ ਡਰਾਇੰਗਾਂ ਬਣਨਾ ਚਾਹੀਦੀ, ਜਿਹਦੇ ਪੈਸੇ ਵੀ ਖਰਚ ਆਉਂਦੇ ਨੇ ਅਤੇ ਸਟਾਫ ਵੀ ਸਮਝਣਾ ਚਾਹੀਦਾ। ਬਟ ਕਿਸੇ ਨੇ ਐਕਸਪਲੇਨ ਤਾਂ ਨਹੀਂ, ਉੱਥੇ ਮਾਹੌਲ ਦੇ ਵਿੱਚ ਕਿਸੇ ਨੇ ਇਹ ਗੱਲ ਕਰੀ ਵੀ ਪਹਿਲਾਂ ਸਾਨੂੰ ਇਨਪੁਟ ਦਿਓ, ਆਊਟਪੁੱਟ ਮਿਲੂਗੀ। ਸੋ ਸੰਭਲ ਕੇ ਜਿਹੋ ਜਿਹੇ ਆਪਣੇ ਕੰਮਕਾਰ ਹੈਗੇ ਨੇ ਆਪਣੇ ਮਹਿਕਮੇ ਦੇ, ਜਾਂ ਜਿਹੋ ਜਿਹਾ ਲੋਕਾਂ ਦੇ ਵਿੱਚ ਆਪਣਾ ਪ੍ਰਚਾਰ ਹੈਗਾ, ਕਰਨ ਵਾਲੇ ਵੀ ਆਪਣੇ ਬੈਠੇ ਨੇ, ਪ੍ਰਧਾਨ ਜੀ ਵੀ ਬੈਠੇ ਨੇ, ਕੰਮ ਤਾਂ ਸਾਰਿਆਂ ਦਾ ਆਪਣਾ ਇੱਕੋ ਜਿਹਾ ਹੀ ਹੈ। ਇਸ ਕਰਕੇ ਬਹੁਤ ਸੰਭਲ ਕੇ ਕੰਮ ਕਰਨ ਦੀ ਲੋੜ ਆ। ਕਾਇੰਡਲੀ ਇਹਨਾਂ ਚੀਜ਼ਾਂ ਨੂੰ ਕਰੋ। ਔਰ ਜਿਹੜਾ ਸਾਰਿਆਂ ਦਾ ਸਾਡਾ ਸਮਾਜਿਕ ਕੰਮ ਹੈ, ਉਹ ਪਾਣੀ ਦੀ ਸਾਂਭ ਸੰਭਾਲ, ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਅਤੇ ਵਾਤਾਵਰਨ ਨੂੰ ਠੀਕ ਰੱਖਣਾ। ਇੱਧਰਲੇ ਪਾਸੇ ਮੈਂ ਸਲੋਏ ਬਲਾਕ ਦੇ ਵਿੱਚ ਆਪਣੇ ਪਿੰਡ ਵਧੀਆ ਨੇ, ਵਾਤਾਵਰਨ ਵਧੀਆ ਹੈ। ਜਿਹੜੀਆਂ ਕਈ ਸਰਕਾਰਾਂ ਦਾ ਇਹੋ ਜਿਹਾ ਹੁੰਦਾ, ਜੇ ਅੱਜ MLA ਸਾਹਿਬ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਤਾਂ ਮੈਂ ਉਹਨਾਂ ਦੀ ਹਾਜ਼ਰੀ ਵਿੱਚ ਕਹਿਣ ਗੇਜ ਕਰ ਚੀਜ਼ ਨਹੀਂ। ਸਰਕਾਰਾਂ ਆਉਂਦੀਆਂ ਜਾਂਦੀਆਂ ਨੇ, ਜਿਹੜੇ ਸਰਕਾਰਾਂ ਆਉਂਦੀਆਂ ਨੇ ਇਲੈਕਸ਼ਨ ਤੋਂ 4 ਮਹੀਨੇ ਪਹਿਲਾਂ ਸਾਡੇ ਕੋਲ ਲੱਖਾਂ ਕਰੋੜਾਂ ਰੁਪਏ ਪੰਚਾਇਤਾਂ 'ਚ ਖੜਾ ਦਿੰਦੇ ਨੇ, ਮੁੜ ਕੇ ਕਹਿ ਦਿੰਦੇ ਨੇ ਫਿਰ ਵੀ
ਇਹਨੂੰ ਫਟਾਫਟ ਖਰਚ ਕਰ ਦਿਓ, ਫਟਾਫਟ ਖਰਚ ਕਰਕੇ ਸਾਨੂੰ ਯੂਸੀ ਦੇ ਦਿਓ। ਉਸ ਭੱਜ ਨੱਠ ਦੇ ਵਿੱਚ ਸਾਡੇ ਤੋਂ ਸਰਕਾਰ ਵੱਲੋਂ ਕੀਤੀਆਂ ਉਲਟਾਈਆਂ ਰਹਿੰਦੀਆਂ ਨੇ। ਇਹ ਨਹੀਂ ਵੀ ਅਸੀਂ ਜਾਣ ਕੇ ਕੁਝ ਕਰਦੇ ਹਾਂ। ਇੰਨੀ ਕਾਹਲੀ ਦੇ ਵਿੱਚ ਸਾਤੋਂ ਕੰਮਕਾਰਾਂ ਦੇ ਵਿੱਚ ਟੈਕਨੀਕਲ ਵਿੰਗ ਤੋਂ ਵੀ, ਸਾਡੇ ਸੈਕਟਰੀ ਸਾਹਿਬਾਨ ਤੋਂ ਵੀ, ਵੀਡੀਓ ਤੋਂ ਵੀ, ਸਾਰੇ ਅਸੀਂ ਇੱਕੋ ਰੱਸੀ ਨਾਲ ਮੰਤਰੀ ਜੀ ਨੇ ਕੱਲ੍ਹ ਬੰਨਿਆ, ਜੇਈ ਪੰਚਾਇਤ ਸੈਕਟਰੀ, ਸਰਪੰਚ ਤੇ ਵੀਡੀਓ ਇੱਕੋ ਰੱਸੀ ਨਾਲ ਬੰਨ੍ਹ ਕੇ ਉਹਨਾਂ ਨੇ ਉਹਦੇ 'ਚ ਉਲਟਾਈਆਂ ਤਾਂ ਇਹਨਾਂ ਕਰਕੇ ਰਹਿੰਦੇ ਵੀ ਰਾਤੋਂ ਰਾਤ ਡੰਡਾ ਕੱਟਦਾ ਵੀ ਸਾਨੂੰ ਕੰਮ ਕਰਕੇ ਦੇਵੋ। ਜਦੋਂ ਕੋਈ ਸਰਕਾਰ ਚੇਂਜ ਹੋ ਜਾਂਦੀ ਆ ਮੁੜ ਕੇ ਫਿਰ ਉਹਦੀਆਂ ਉਲਟਾਈਆਂ ਲਾਉਂਦੇ ਨੇ। ਸਰਕਾਰ ਕੋਈ ਚੇਂਜ ਹੋ ਜੇ ਚਾਹੇ ਰਿਪੀਟ ਹੋ ਜੇ, ਫਿਰ ਕਹਿੰਦੇ ਵੀ ਗਲਤੀਆਂ ਕਰੀਆਂ ਨੇ, ਫਿਰ ਤਿੰਨ ਬੰਦੇ ਰਹਿ ਜਾਂਦੇ ਆਪਾਂ ਚਾਰ, ਇਹਨਾਂ ਦੇ ਗੱਲ ਛੱਪਾ ਖੜਾ। ਸੋ ਜਿੰਨਾ ਵੀ ਪ੍ਰੈਸ਼ਰ ਹੋਵੇ ਪ੍ਰੈਸ਼ਰ ਚੱਲੋ, ਪਰ ਇਹ ਗੱਲਾਂ ਨੇ ਜਿਹੜੀਆਂ ਸਰਪੰਚ ਸਾਹਿਬਾਨ ਨਾਲ, ਇਹ ਸਰਪੰਚ ਸਾਹਿਬ ਸਿਰਮੌਰ ਸਰਪੰਚ ਨੇ ਕਹਿਣ ਦੀ ਹਿੰਮਤ ਰੱਖਦੇ ਨੇ, ਸਾਰਾ ਕੁਝ ਕਹਿਣ ਦੀ ਹਿੰਮਤ ਰੱਖਦੇ ਨੇ, ਕਿਸੇ ਲੀਡਰ ਨਾਲ ਗੱਲ ਕਰਨੀ ਹੋਵੇ ਤਾਂ ਵੀ ਹਿੰਮਤ ਰੱਖਦੇ ਨੇ। ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹ ਆਵਾਜ਼ ਆਪਦੀ ਆਵਾਜ਼ ਬਣਾ ਕੇ, ਸਰਪੰਚ ਸਾਰੇ ਇੱਕੋ ਜਿਹੇ ਸਰਪੰਚ ਨੇ, ਆਪਣੇ ਸਰਪੰਚ ਨੇ, ਇਹ ਸਾਰੀ ਆਵਾਜ਼ ਬਣਾ ਕੇ MLA ਸਾਹਿਬਾਨ ਜਾਂ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਓ ਵੀ ਸਾਡੇ ਗਲਗੁੱਠਾ ਨਾ ਦੇਵੋ, ਟਾਈਮ ਨਾਲ ਸਾਨੂੰ ਪੈਸੇ ਦੇਵੋ। ਜੇ ਪਿੰਡਾਂ ਦੀ ਡਿਵੈਲਪਮੈਂਟ ਕਰਨੀ ਤੇ ਸਾਨੂੰ ਖਰਚ ਕਰਨ ਵਾਸਤੇ ਵੀ ਟਾਈਮ ਦੇਵੋ। ਉਹਦੇ ਕਰਕੇ ਜਦੋਂ ਸਾਡੇ ਤੋਂ ਗਲਤੀਆਂ ਹੁੰਦੀਆਂ ਨੇ, ਉਲਟਾਈਆਂ ਰਹਿ ਗਈਆਂ ਨੇ, ਫਿਰ ਇਹੋ ਜਿਹੇ ਹਾਲ ਹੁੰਦੇ ਨੇ ਵੀ ਮਤਲਬ ਸਾਡੇ ਸਿੱਧਾ ਵੀ ਸਸਪੈਂਡ ਕਰ ਦਿਓ, ਖਾ ਗਏ, ਇਹ ਕਰਕੇ ਉਹ ਕਰਕੇ। ਜਿਹੜੇ ਐਕਸਪੀਰੀਅੰਸ ਦੱਸਦੇ ਨੇ ਵੀ ਮੈਂ ਬੜਾ ਨਾ ਬੋਲਾਂ ਜਾਂ ਸਟੇਜ ਦੇ ਉੱਤੇ, ਫਿਰ ਪਤਾ ਨਹੀਂ ਕਿੱਥੇ ਗੱਲ ਕਿੱਥੇ ਕਹਿੰਦੇ ਵੀ ਚਾਰ ਢੇਰੀਆਂ ਪੈਂਦੀਆਂ ਨੇ, ਉਹ ਸਾਡੇ ਇਹ ਰੁਝਾਨ ਨਹੀਂ ਹੈਗਾ। ਉੱਧਰ ਹੋਏਗਾ ਮਾਝੇ ਕਰਨੀ ਹੋਏਗਾ ਜਾਂ ਕਿਤੇ ਉਹਨਾਂ ਦਾ ਐਕਸਪੀਰੀਅੰਸ ਹੈਗਾ ਤਾਂ ਉੱਥੇ ਹੋਏਗਾ ਬਿਲਕੁਲ। ਤੇ ਕੰਮ ਸਾਡੇ ਠੀਕ ਨੇ, ਮਾੜਾ ਮੋਟਾ ਕਿਤੇ ਖਾਮੀਆਂ ਰਹਿ ਗਈਆਂ ਤਾਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਵੀ ਜਿੰਨਾ ਅਸੀਂ ਮੇਰੀ ਮੈਕਸੀਮਮ ਸੁਧਾਰ ਕਰ ਸਕਦੇ ਹਾਂ ਉਹ ਚੀਜ਼ 'ਚ ਸੁਧਾਰ ਕਰੀਏ। ਬਾਕੀ ਗੱਲ ਕਰੀਏ ਜੇ ਨਰੇਗਾ ਵਿੰਗ ਦੀ AP ਸਾਹਿਬ ਨੇ ਸਾਡੇ ਆ ਜਿਹੜੇ ਹੁਣ ਬੋਲ ਕੇ ਗਏ ਨੇ, ਬਾਕੀ ਸਾਰੇ GRS ਹੈਗੇ ਨੇ, ਸਾਰੇ ਮਿਹਨਤੀ ਨੇ, ਪਰ ਥੋੜ੍ਹਾ ਜਿਹਾ ਆਪਣੇ ਆਪ ਨੂੰ ਆਪਣੇ ਕੰਮ ਪ੍ਰਤੀ ਸੁਚੇਤ ਹੋ ਕੇ ਜਿਹਦੀ ਕੁਆਲੀਫਿਕੇਸ਼ਨ ਹੈਗੀ ਹੈ ਕਿਤੇ ਹੋਰ ਤੁਹਾਨੂੰ ਰੁਜ਼ਗਾਰ ਮਿਲਦਾ ਹੈ, ਟਰਾਈ ਕਰੋ। ਯੰਗ ਬੱਚਿਆਂ ਤੁਸੀਂ ਸਾਰੇ ਕਿਤੇ ਨਾ ਕਿਤੇ ਕਰਕੇ ਹੋਰ ਦੇਖ ਲਓ। ਇਹ ਕੰਮ ਕੋਈ ਵੀ ਮਾੜਾ ਨਹੀਂ ਹੈ, ਕੰਮ ਇਹ ਵੀ ਠੀਕ ਹੈ ਤੁਹਾਡਾ, ਬਟ ਲੋਕਲ ਪੱਧਰ 'ਤੇ ਬੈਠੇ ਹੋ, ਰਾਤ ਨੂੰ ਸ਼ਾਮ ਨੂੰ ਘਰੇ ਚਲੇ ਜਾਂਦੇ ਹੋ, ਬੱਚਿਆਂ ਨੂੰ ਘਰ-ਬਾਰ ਨੂੰ ਦੇਖਦੇ ਹੋ, ਪਰ ਫਿਰ ਵੀ ਜੇ ਕਿਤੇ ਬੈਟਰ ਪਲੇਸ ਮਿਲਦਾ ਤਾਂ ਉਹਦੇ ਪਾਸੇ ਨੂੰ ਸ਼ਿਫਟ ਕਰੋ। ਸੋ ਮੇਰੀਆਂ ਸਾਰਿਆਂ ਵਾਸਤੇ ਗੁੱਡ ਵਿਸ਼ਜ਼ ਨੇ। ਬੀਇੰਗ BDPO ਉਹਦਾ ਮੈਂ ਤੁਹਾਡਾ ਭਰਾ ਕਹਿ ਲਓ, ਭਰਾ ਹੈਗਾ, ਵੱਡੇ ਭਰਾ ਹੋਣ ਦੇ ਨਾਤੇ ਵੀ, ਬੀਇੰਗ BDPO ਵੀ ਉਹਦਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਪਰਟੀਕੂਲਰ ਸੁਖਦੇਵ ਸਿੰਘ, ਰਕੇਸ਼ ਜੀ ਬੇਸ਼ੱਕ ਇੱਥੇ ਨਹੀਂ ਹੈਗੇ, ਜਿੱਦਾਂ ਸਾਡਾ ਸਟਾਫ ਬੈਠਾ, ਕੀ ਸਾਹਿਬ ਬੈਠੇ ਨੇ, ਸੁਪਰਡੈਂਟ ਸਾਹਿਬ ਵੀ ਅੱਖ ਤੋਂ ਬ੍ਰੇਕ ਹੋਇਆ, ਉਹ ਨਹੀਂ ਆ ਸਕੇ ਸਾਡੇ ਕੋਲੇ, ਤੇ ਹਾਜ਼ਰ ਤੇ ਗੈਰ ਹਾਜ਼ਰ ਸਾਰੇ ਸਟਾਫ ਦਾ ਮੇਰੇ ਕੋਲੋਂ ਸਮੁੱਚੇ ਪਰਿਵਾਰ ਵੱਲੋਂ ਬਹੁਤ ਤੁਸੀਂ ਸਾਨੂੰ ਅਮਰ ਕੀਤਾ। ਇਹ ਅਸਲ 'ਚ ਗੱਲ ਇਹਨਾਂ ਚੀਜ਼ਾਂ ਦੀ ਨਹੀਂ ਹੈਗੀ, ਜਿਹੜੇ ਤੁਸੀਂ ਸ਼ਬਦਾਂ ਦੀ ਮਾੜਾ ਵਿਰੋਧੀ ਜਾਂ ਤੁਹਾਡੀ ਅਟੈਚਮੈਂਟ ਮੇਰੇ ਨਾਲ ਹੈਗੀ ਹੈ, ਉਹ ਜ਼ਿਆਦਾ ਮੈਟਰ ਕਰਦੀ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਤੁਹਾਨੂੰ ਸਾਰਿਆਂ ਤੋਂ ਇਹ ਉਮੀਦ ਰੱਖੂੰਗਾ ਵੀ ਜੇ ਮੈਂ ਕੱਲ੍ਹ ਨੂੰ ਵੀ ਆਵਾਂ, ਮਹੀਨੇ ਬਾਅਦ ਵੀ ਆਵਾਂ, ਤਾਂ ਤੁਸੀਂ ਮੇਰੇ ਨਾਲ ਐਵੇਂ ਜਿਹੇ ਵੀ ਬੋਲੋਗੇ ਜਿਹੋ ਜਿਹਾ ਹੁਣ ਛੱਡਿਆ। ਸੋ ਸਾਰਿਆਂ ਦਾ ਫਿਰ ਇੱਕ ਵਾਰੀ ਫਿਰ ਧੰਨਵਾਦ, ਬਹੁਤ ਮਿਹਰਬਾਨੀ। ਗੁਰਮੀਤ ਅਜਾ Anywhere you go, anywhere you go, you belong. Anywhere you say, anywhere you say, anywhere.